गुरु गरीब निवाज, तू सुल्तान कहाँ हूँ मियाँ, तेरी कवन वडाई, जो तू दे सो कहाँ स्वामी। मैं मूर्ख कहन ना जाई, जो तू दे सो कहाँ स्वामी। मैं मूर्ख कहन ना जाई। परम सत्कारयोग जुगो जुग अटल, चवर छतर तखत दे मालक, पतित पावन कृपा निधान वालिए कुल आलम, ज्ञान दे सागर गुरबाणी दे मुजस्मे सरवरे कायनात, दीन दुनिया दे पातशाह दीन दुनिया दे रहबर, धन धन साहिब श्री गुरु ग्रंथ साहिब सच्चे पातशाह महाराज जी दी पावन अते पवित्र हजूरी दे विच सुशोभत गुरु प्यारी गुरु सवारी गुरु जी का खास रूप गुरु रूप खालसा साध संगत जी, वडभागे हाँ वड्डे भाग ने साडे सारियां दे जो धन धन साहिब श्री गुरु गोबिंद सिंह सच्चे पातशाह महाराज जी दे चरण छो प्राप्त अस्थान गुरुद्वारा गुरु की ढाब पातशाही 10वीं सतगुरु पातशाह जी दी पावन गोद विच बैठ के जीवन दियां ਇਹ ਘੜੀਆਂ ਸਫਲੀਆਂ कर रहे हाँ। सद संगत अज दा ये महान गुरमत समागम धन धन साहिब श्री गुरु गोबिंद सिंह सच्चे पातशाह महाराज जी दे प्रकाश पुरब नूं समर्पित है। ओ गुरु गोबिंद सिंह सच्चे पातशाह महाराज जिन्हां दी बाबत एक विद्वान कहंदा है, क्या दशमेश पिता तेरी बात कहूं, जो तूने पर उपकार किए एक खालस खालसा पंथ सजा जातों के भेद निकाल दिए। इस तेग के बेटे तेग पकड़ दुखियों के काट जंजाल दिए। इस वतन और मुल्क की खिदमत में कहीं बाप दिया कहीं लाल दिए, कहीं बाप दिया कहीं लाल दिए। दास तो पहला धन धन साहिब श्री गुरु रामदास सच्चे पातशाह महाराज दे घर दे कीर्तनीय तिन्हां ने आप सरबत संगतां नूं गुरबाणी कीर्तन राही निहाल कीता है। बड़े प्यार दे नाल पातशाह दी गोद विच बैठ के आपां कीर्तन सरवण कीता है। सत संगत दास ने आप जी दे नाल कलगीधर पातशाह महाराज जी दे उन्हां छोटे फरजंदां दी दास्तान सांझी करनी है, जिन्हां ने देश अते कौम दी खातर अपना आप कुर्बान कर दिता
पर ਉਹਨਾਂ ਨੂੰ ਉਹਨਾਂ ਦੇ ਅਕੀਦੇ ਤੋਂ ਕੋਈ ਡੁਲਾ ਨਹੀਂ ਸਕਿਆ। ਬੜੇ ਪਿਆਰ ਨਾਲ, ਬੜੀ ਭਾਵਨਾ ਨਾਲ ਗੁਰੂ ਦੀ ਗੋਦ ਵਿੱਚ ਬੈਠ ਕੇ ਆਪਾਂ ਵਿਚਾਰਾਂ ਸਰਵਣ ਕਰਨੀਆਂ ਨੇ। ਅਕਸਰ ਸਾਧ ਸੰਗਤ ਮੈਂ ਇੱਕ ਬੇਨਤੀ ਕਰਦਾ ਹੁੰਨਾ, ਦੁਨੀਆ ਦੇ ਜਿੰਨੇ ਦਫ਼ਤਰ ਨੇ ਉਹਨਾਂ ਦਫ਼ਤਰਾਂ ਵਿੱਚ ਸਰੀਰ ਦੀ ਹਾਜ਼ਰੀ ਲੱਗਦੀ ਏ, ਪਰ ਗੁਰੂ ਨਾਨਕ ਦਾ ਇਹ ਦਫ਼ਤਰ ਹੈ, ਗੁਰੂ ਨਾਨਕ ਦਾ ਇਹ ਘਰ ਹੈ ਜਿੱਥੇ ਸਰੀਰ ਦੀ ਨਹੀਂ ਬਲਕਿ ਮਨ ਦੀ ਹਾਜ਼ਰੀ ਲੱਗਣੀ ਹੈ। ਜੇ ਤਨ ਕਰਕੇ ਇੱਥੇ ਬੈਠੇ ਆ, ਮਨ ਬਾਹਰ ਭਟਕ ਰਿਹਾ ਏ ਤੇ ਗੁਰੂ ਕੋਲ ਬੈਠਿਆ ਹੋਇਆ ਸਾਡਾ ਪ੍ਰਵਾਨ ਨਹੀਂ। ਜੇ ਤਨ ਵੀ ਇੱਥੇ ਹੈ ਤੇ ਮਨ ਵੀ ਇੱਥੇ ਹਾਜ਼ਰ ਹੈ ਤੇ ਸੱਚ ਜਾਣਿਓ ਭਾਗਾਂ ਵਾਲਿਓ, ਫਿਰ ਸਾਡਾ ਗੁਰੂ ਕੋਲ ਬੈਠਣਾ ਪ੍ਰਵਾਨ ਹੈ। ਸੋ ਆਓ ਇਕਾਗਰਤਾ ਦੇ ਨਾਲ, ਭਾਵਨਾ ਦੇ ਨਾਲ ਆਪਾਂ ਗੁਰੂ ਦੀ ਗੋਦ ਵਿੱਚ ਬੈਠ ਕੇ ਬੜੇ ਪਿਆਰ ਦੇ ਨਾਲ ਵਿਚਾਰਾਂ ਸਰਵਣ ਕਰਨੀਆਂ ਨੇ। ਜਿੱਦਾਂ ਜਿੱਦਾਂ ਦਾਸ ਨੇ ਇਤਿਹਾਸ ਆਪ ਜੀ ਦੇ ਨਾਲ ਸਾਂਝਾ ਕਰਨਾ ਹੈ, ਉਦਾਂ ਉਦਾਂ ਸਾਡੀ ਸੁਰਤ ਜਿਹੜੀ ਏ ਉਹ ਇਤਿਹਾਸ ਦੇ ਨਾਲ ਨਾਲ ਚੱਲਣੀ ਚਾਹੀਦੀ ਹੈ। ਆਓ ਸਾਧ ਸੰਗਤ, ਵਿਚਾਰਾਂ ਦੀ ਪ੍ਰਾਰੰਭਤਾ ਕਰਨ ਤੋਂ ਪਹਿਲਾਂ ਦਸ਼ਮੇਸ਼ ਪਿਤਾ ਸਰਬੰਸ ਦਾਨੀ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਨਾਲ ਸਾਂਝ ਪਾਈਏ। ਇੱਕੋ ਵਾਰੀ ਕਹਿਣ ਤੇ ਗੱਜ ਕੇ ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਦ ਸੰਗਤ, ਨਵਾਂ ਸਾਲ ਗੁਰੂ ਗੋਬਿੰਦ ਸਿੰਘ ਦੇ ਨਾਲ, ਨਵਾਂ ਸਾਲ ਚਾਰ ਸਾਹਿਬਜ਼ਾਦਿਆਂ ਦੇ ਨਾਲ। ਵੇਖੋ ਜੀ, ਜੇ ਅੱਜ ਸਾਡਾ ਵਜੂਦ ਹੈ ਨਾ, ਸਾਡਾ ਵਜੂਦ ਹੈ, ਜੇ ਅੱਜ ਸਾਡੀ ਪਹਿਚਾਣ ਹੈ, ਤੇ ਮੈਂ ਬੇਨਤੀ ਕਰਾਂ ਇਹ ਵਜੂਦ, ਇਹ ਪਹਿਚਾਣ, ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੀ ਬਦੌਲਤ ਹੈ। ਇਹ ਮੈਂ ਨਹੀਂ ਕਹਿੰਦਾ, ਬੁੱਲੇ ਸ਼ਾਹ ਕਹਿੰਦਾ, ਉਹ ਕਹਿੰਦਾ ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋ ਸੁन्नत ਹੋਤੀ ਸਭ ਕੀ। ਇਹ ਦੇਸ਼ ਦੇਸ਼ ਨਾ ਹੁੰਦਾ ਜੇ ਪਿਤਾ ਦਸ਼ਮੇਸ਼ ਨਾ ਹੁੰਦਾ, ਇਸ ਦੁਨੀਆ ਤੇ ਸਰਦਾਰ ਨਾ ਹੁੰਦੇ ਜੇ ਵਾਰੇ ਪੁੱਤ ਚਾਰ ਨਾ ਹੁੰਦੇ। ਕਹਿਣ ਤੋਂ ਭਾਵ ਅੱਜ ਸਾਡੇ ਕੋਲ ਜੋ ਕੁਝ ਵੀ ਹੈ ਸਾਧ ਸੰਗਤ, ਇਹ ਸਾਰਾ ਕੁਝ ਸਾਨੂੰ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੀ ਬਦੌਲਤ ਮਿਲਿਆ ਏ, ਇਹ ਸਾਹਿਬਜ਼ਾਦਿਆਂ ਦੀ ਬਦੌਲਤ ਮਿਲਿਆ ਏ। ਔਰ ਹਕੀਮ ਜੋਗੀ ਅੱਲਾ ਯਾਰ ਖਾਂ ਕਹਿੰਦਾ, ਹਮ ਜਾਨ ਦੇ ਕੇ ਔरों की जाने बचा चले, सिक्खी की नींव हम है सरों पे उठा चले, किस्सा गुरियाई का जहां में बना चले, सिंहों की सल्तनत का पौधा हम लगा चले, अब गद्दी से ताजो तख्त कौम पाएगी, दुनिया से जालमों का निशान तक मिटाएगी। धन जिगरा बाजां वाले दा, धन तेरी कुर्बानी, ना कोई होया ते ना होना तेरे वर्गा दानी, ਉਹ ਸੁਰਤੀ ਵੀ ਨਹੀਂ ਜਾਂਦੀ ਜਿੱਥੋਂ ਤੱਕ ਖਿਆਲਾਂ ਦੀ ਸਾਰੀ ਕੌਮ ਦੇਣ ਨਹੀਂ ਦੇ ਸਕਦੀ, ਬਾਜਾਂ ਵਾਲਿਆ ਤੇਰੇ ਲਾਲਾਂ ਦੀ ਸਾਰੀ ਕੌਮ ਦੇਣ ਨਹੀਂ ਦੇ ਸਕਦੀ, ਬਾਜਾਂ ਵਾਲਿਆ ਤੇਰੇ ਲਾਲਾਂ ਦੀ। ਸਦ ਸੰਗਤ, ਆਪਾਂ ਸਾਰਿਆਂ ਨੇ ਬਹੁਤ ਵਾਰੀ ਇਤਿਹਾਸ ਸੁਣਿਆ ਹੈ ਤੇ ਪੜ੍ਹਿਆ ਵੀ ਹੈ ਕਿ ਸਰਸਾ ਦੇ ਕੰਢੇ ਤੇ ਪਰਿਵਾਰ ਦਾ ਵਿਛੋੜਾ ਪੈ ਗਿਆ, ਪਰਿਵਾਰ ਵਿਛੜ ਗਿਆ। ਮੈਂ ਫਿਰ ਬੇਨਤੀ ਕਰਾਂ, ਟਿਕਾ ਬਣਾ ਕੇ ਰੱਖਿਓ, ਸੁਰਤ ਨੂੰ ਇਤਿਹਾਸ ਦੇ ਨਾਲ ਨਾਲ ਰੱਖਣਾ ਹੈ। ਜੇ ਸਰਸਾ ਦਾ ਕੰਢਾ ਹੈ ਤੇ ਸੁਰਤ ਸਰਸਾ ਦੇ ਕੰਢੇ ਤੇ ਹੋਣੀ ਚਾਹੀਦੀ ਹੈ।
जे कुम्मे माशकी दा घर है तो सुरत कुम्मे माशकी दे घर होनी चाहिए। जे गंगू ब्राह्मण दा घर आया तो सुरत गंगू ब्राह्मण दे घर चाहिए। जे मोरिंडा ठाणा आया तो सुरत ओथे चाहिए। ते जे ठंडा बुरज आया तो साडी सुरत ठंडे बुरज विच चाहिए। आपां नाल नाल चलना है, नाल नाल। भागा वालियो, गुरु गोबिंद सिंह सच्चे पातशाह महाराज जी की 80 साल की बजुर्ग माता ते कलगीधर पातशाह महाराज जी दे 7 ते 9 साल दे छोटे लाल छोटे फरजंद सत्कारयोग माता गुजर कौर जी, बाबा जोरावर सिंह ते बाबा फतेह सिंह 7 महीनों तो भुखे ने जी। 7 महीनों तो 7 महीनों तो माफ करना साध संगत, भुख बहुत बड़ा दुख है। भुख कोई भी बंदा बर्दाश्त नहीं कर सकता। मस्कीन साहब कहते बंदा 1 दिन भुखा रह सकता है, बंदा 2 दिन भुखा रह सकता है, बंदा 3 दिन भुखा रह सकता है। चौथा दिन चढ़दियां बंदे दियां धाहां निकल जाणगियां कि मैनू प्रशादा चाहिए है, मैनू भोजन चाहिए है, मेरे कोलों ये भुख बर्दाश्त नहीं होंदी, मेरे कोलों ये भुख बर्दाश्त नहीं होंदी। भैणां बैठियां ने, महसूस करके वेखो, महसूस करके वेखो साध संगत। मैं कहना असी ते सवेरे प्रशादा छकिया होवे, दोपहर का प्रशादा ना मिले ते माफ करना साध संगत, शाम तक असी मरन वाले हो जाने हैं, असी मरन वाले हो जाने। साडियां लत्तां च आसरा नहीं रह जांदा, असी निडाल हो जाने हैं, डिगण नूं पैने आ। 7 महीने हो गए ने, ना माता गुजर कौर ने कुछ खाधा, ना साहबजादियां ने कुछ खाधा, उत्तों तन दे कपड़े भी पतले ने। कड़ाके दी ठंड पै रही है साध संगत, कड़ाके दी कहरां दी ठंड पै रही है। वो ठंड जिहड़ी तन नूं चीरदी है, तन नूं। माता गुजर कौर साहबजादे सरसा दे कंढे कंढे तुरे जा रहे ने। तुरदियां 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 सूरज छिप गया, शामां पै गईयां। जदों शामां पै गईयां ना ते अगले पासे एक पिंड आया, उस पिंड दा नाम है जी चक ढेरा। उस पिंड दे बाहर एक छोटी जी छन है, जिस छन दे विच दीवा जगदा पिया है। माता गुजर कौर जी ने वो चानण वेखिया ते माता गुजर कौर जी उस छन दे बाहर चले गए, साहबजादे नाल ने। जदों छन दे बाहर गए ते माता गुजर कौर जी ने दरवाजा खड़काया। माता गुजर कौर जी ने दरवाजा खड़काया ते अंदरों आवाज आई, भाई कौन है? अंदरों आवाज आई, भाई इस वेले कौन है? ते माता गुजर कौर पता की कहंदे? माता गुजर कौर कहंदे, राहगीरियां मुसाफरियां एक रात कटनी है, एक रात कटनी है। ते भागां वालिओ, ओ छन कुम्मे माशकी दी सी ते अंदरों कुम्मा माशकी कहंदा है, मेरी ते छन बड़ी छोटी जी है, इत्थे तुसी रात किद्दां कटोगे? इदां करो तुसी किते होर देख लो, कोई होर टिकाणा देख लो। ते सच जाणिओ भागां वालिओ, जदों कुम्मे माशकी ने यह गल कही ते बाबा फतेह सिंह बोले। बाबा फतेह सिंह कहंदे ने, सवेर दे पैदल तुरे आ, बहुत ज्यादा ठंड है, बरसाती मौसम है, साडे तन दे कपड़े गिले हो गए ने, केवल एक रात दी गल है, एक रात असी तुहाडे कोल सौना है, इत्थे टिकना है, सवेर हुंदिआं असी चले जावांगे। ध्यान देना साध संगत, जदों बाबा फतेह सिंह दी आवाज कुम्मे माशकी ने सुनी ते बाबा फतेह सिंह दी आवाज ने कुम्मे माशकी दे अंदर नूं झंझोड़ के रख दिता, उहदे तन नूं चीर के रख दिता। भी कमाल दी गल है, कहरां दी ठंड है, बरसाती मौसम है, रात दा समा है ते मेरे घर दे बाहर बच्चे दी आवाज आ रही है, बालक दी आवाज आ रही है। कौन हो सकता है ये बच्चा? कौन हो सकता है? बालक चैन नहीं आया जी उन्होंने, उस बच्चे दी, उस बालक दी आवाज सुन के।
दरवाजा खोलिया ते मैं बेनती करा साध संगत, कहंदा तुसी कौन? दसिया माता गुजर कौर ने, मैं माता गुजरी गुरु गोबिंद सिंह दी माता, ए गुरु गोबिंद सिंह दे फरजंद ते सच जानियो कुम्मा माशकी गुरु गोबिंद सिंह सच्चे पातशाह महाराज नूं बड़ा प्यार करदा सी, कलगीधर पातशाह नूं बड़ा प्यार करदा सी। ओ गुरु गोबिंद सिंह जेड़ा आनंदपुर दा मालिक है, ओ गुरु गोबिंद सिंह जेड़ा आनंदां दी पुरी दा वासा है, हाँ ओ गुरु गोबिंद सिंह, मैं ओदी मां आ ते ए गुरु गोबिंद सिंह दे लाल ने, ए गुरु गोबिंद सिंह दे फरजंद ने। दवा दव अपनी शन दे अंदर लै गया, आसन तैयार कीता। मां गुजरी नूं कहंदा मैं बहुत गरीब आ, मेरे घर विच खाण वास्ते कुछ नहीं, मैं तुहाडा प्रशादे पानी दा प्रबंध जरूर करांगा। पिंड दे विच गया, भागां वाली ओ भैण लक्ष्मी जिन्ने माता गुजर कौर ते साहिबजादियां वास्ते प्रशादा भेजिया। साध संगत कुम्मे माशकी ने दरवाजा बंद कर दिता, आप उस शन तो बाहर आ गया। इतिहास कहंदा चौंकड़ा मार के बह गया, सारी रात रोंदा रहा कुम्मा माशकी, सारी रात उन्हां हाकमां नूं लांतां पाउंदा रहा, फिटकारां पाउंदा रहा, जिन्हां करके गुरु गोबिंद सिंह महाराज दे माता ते उन्हां दे फरजंदां दी इह हालत होई। हुण आप बाहर बैठा है, माता गुजर कौर साहिबजादे अंदर ने। साध संगत माता गुजर कौर जी बैठे ने ते दोवें लाल दादी दी गोदी दे विच ने। एकदम बाबा फतेह सिंह नूं पिता दी याद आई, मतावां दी याद आई, भरावां दी याद आई ਸਿੰਘਾਂ दी। ते बाबा फतेह सिंह छोटे छोटे हथ माता गुजरी जी दे मूंह नूं ला के कहंदे ने, दादी मां साडे पिता जी किथे ने? दादी मां साडे भरा किथे ने? दादी मां साडियां मतावां किथे ने? दादी मां किथे ने भाई दया सिंह? दादी मां किथे ने भाई चौपा सिंह, जेड़े सारा सारा दिन सानू खिडाउंदे सी? दादी सानू कोई किधरे नजर नहीं आ रहा। बड़ा सोहना लिखिया जी हकीम जोगी अल्लाह यार खान ने, दादी से बोले अपने सिपाही किधर गए? दरिया पर छोड़ के हमको राही किधर गए? अब्बा भगा के लश्कर शाही किधर गए? भाई भी हमें भूल गए शौक के जंग में, ख्याल तक ना आया जो के तुफंग में। दादी किथे ने साडे पिता, साडियां मतावां, साडे भरा, साडे सिंह किथे ने? माता गुजर कौर ने जवाब दिता, लाल जी तुहाडे पिता मैदाने जंग विच लड़न वास्ते गए ने। लाल जी तुहाडे भरा, तुहाडे सिंह मैदाने जंग विच दुश्मनां नाल जूझण वास्ते गए ने। जदों माता गुजर कौर ने आ गल कही ते बाबा फतेह सिंह माता गुजरी नूं कहंदे, दादी जदों साडे पिता ने, साडे ਸਿੰਘਾਂ ने, भरावां ने जंग जित के आउणा है, जदों साडियां मतावां ने आउणा है, दादी असीं उन्हां नूं बुलाउणा कोई नहीं, असीं उन्हां वल वेखना नहीं। दादी मां असीं उन्हां नाल नाराज आ, नाराज। दादी कोई अपने बच्चियां नूं इदां इकल्लियां छड्ड के जांदा है जिद्दां साडे माता पिता सानूं इकल्लियां नूं छड्ड के चले गए? दादी जवाब दे, कोई मां प्यो अपने बच्चियां नूं इकल्लियां छड्ड के जांदा है जिद्दां साडे माता पिता सानूं इकल्लियां नूं छड्ड के चले गए? हुण ध्यान देना साध संगत, बाबा फतेह सिंह कहंदे ने, दादी मां असीं उन्हां नूं बुलाउणा नहीं जदों जंग जित के आउणगे। बड़ा सोहना लिखिया जी जोगी अल्लाह यार खान ने, जब रण अजीत जीत के तशरीफ लाएंगे
अब्बा के साथ जिस घड़ी जुझार आएंगे, करके गिला हर एक से हम रूठ जाएंगे। माता कभी पिता कभी भाई मनाएंगे, वो गले से लगाकर हमको कहेंगे बार बार, मान जाओ मान जाओ मान जाओ, लेकिन हम नहीं मानेंगे जिनहार। दादी असी मनना कोई नहीं, असी नाराज हाँ, असी उन्हां नूं बुलाउणा कोई नहीं। फिर कुछ समय बाद बाबा जोरावर सिंह कहंदे, बाबा फतेह सिंह कहंदे, दादी बुलावांगे, असी बहुता समा नाराज नहीं रहिंदे, पर दादी तां बुलावांगे जे साडे माता साडे पिता साडे भरा साडे नाल इह वादा करन कि दोबारा सानू कदी छड्ड के नहीं जाणगे, दोबारा सानू कदी छड्ड के नहीं जाणगे। इकरार लेंगे सबसे, बुलाना ना फिर कभी, बार दिगर बिछड़ के सताना ना फिर कभी, हमको अकेले छोड़ के जाना ना फिर कभी। बच्चों की गुफ्तगू जो सुनी दादी जान ने, बेख्तियार रो दिया उस वाला छाण ने। जदों आ गल कही माता गुजरी मन विच सोचदी है, लाल जी जिन्ना भरावां नूं जिन्ना मातावां नूं जिस पिता नूं तुसी उडीक रहे हो, उन्हां ने हुण तुहानूं दोबारा कदी नहीं मिलना, तुहाडे कदी उन्हां नाल मिलाप नहीं होने। हाँ मिलाप होणगे उस दिन होणगे जिदन सारे दादे दी गोद विच बैठे होणगे। ते मैं बेनती करां जी, जदों साहिबजादियां नूं आपस दे विच इह गलबात करदियां माता गुजरी ने सुनिया, ते जोगी जी कहंदे ने माता गुजरी दियां अखां दे विच अथरू आ गए। सच जाणियो भागां वालियो, जदों रब ने परमात्मा ने माता गुजरी दियां अखां दे विच अथरू वेखे, ते कहंदे ओ रब भी रो पिया, ओ परमात्मा भी रो पिया, ओ रब भी रो पिया। सद संगत रात कुम्मे माशकी दे घर बतीत कीती है। अज चंगी नींद आई है, साहिबजादियां नूं सवेर होई, गंगू ब्राह्मण नूं सारा कुछ पता लग गया, ते माता गुजर कौर ते साहिबजादियां नूं लभदा होया वो इसे नगर दे विच पहुंच गया, ते सुभावक कुम्मा माशकी गंगू ब्राह्मण नूं मिलिया। जदों गंगू ब्राह्मण नूं मिलिया ते गंगू ब्राह्मण पुछदा है कुम्मे माशकी नूं भी तैनूं पता है गुरु गोबिंद सिंह महाराज ने आनंदपुर छड्ड दिता है, परिवार दा विछोड़ा पै गया है, कलगीधर दे छोटे लाल ते उन्हां दे माता इस इलाके विच आए ने। ते कुम्मा माशकी कहंदा, जिस माता गुजर कौर नूं साहिबजादियां नूं तू लभ रिहा है, वो मेरे घर दे विच ने, उन्हां ने रात मेरे घर विच कट्टी है। गंगू ब्राह्मण माता गुजर कौर साहिबजादियां नूं मिलिया, ते कुम्मे माशकी नूं दोवें हत्थ जोड़ के कहंदा, जे तैनूं कोई इतराज ना होवे ते मैं माता गुजर कौर ते साहिबजादियां नूं अपने घर लै जावां। मैं 20 साल इस घर दा लूण खादा, इस घर दे बड़े करजे ने मेरे सिर ते, मैं अपने घर लै जावां। कुम्मा माशकी कहंदा, घर लै जा, पर एक गल चेते रखी, एक गुरु गोबिंद सिंह दे माता ने, एक गुरु गोबिंद सिंह दे फरजंद ने अपनी जान नालों वध के हिफाजत करी, इन्हां दी अपनी जान नालों वध के। आंच नहीं आउणी चाहिदी कोई। हुण ध्यान देना साध संगत, गंगू ब्राह्मण माता गुजर कौर ते साहिबजादियां नूं अपने घर लै गया। हुण साध संगत पहला गंगू ब्राह्मण दा मन साफ सी, नीयत साफ सी, पर जदों उन्हें माता गुजर कौर दे हत्थां विच मोहरां वाली थैली वेख लई, कहंदे ओदा मन बेईमान हो गया, ओदी नीत जिहड़ी है वो बेईमान हो गई। हकीम जी बड़ा सोहना कहंदे ने, जोगी अल्लाह यार खां, वो कहंदे ने माता के साथ था एक डब्बा जेवरात का, ललचा जिसे देख के जी बद सिफात का। कहंदे ने मां गुजरी दे कोल एक मोहरां दी थैली है, ते जदों गंगू ब्राह्मण ने वो मोहरां दी थैली वेखी, पहला मन साफ सी, पर जदों मोहरां दी थैली वेखी मन विच लालच आ गया, नीत खोटी हो गई। मन जेड़ा भागां वालिओ वो लोभी बन गया। लोभी, लोभी पता किहनूं कहंदे ने? लोभी ਉਹਨੂੰ ਕਹਿੰਦੇ ਨੇ ਜਿਹੜਾ ਪੈਸੇ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹੋਵੇ ਔਰ ਉਸ ਪੈਸੇ ਨੂੰ ਪਾਉਣ ਦੀ ਖਾਤਰ
ਭਾਗਾਂ ਵਾਲਿਓ ਉਹ ਕਿਸੇ ਹੱਦ ਤੱਕ ਵੀ ਗਿਰ ਸਕਦਾ ਹੈ, ਉਹਨੂੰ ਲੋਭੀ ਕਹਿੰਦੇ ਨੇ। ਉਸ ਪੈਸੇ ਨੂੰ ਪਾਉਣ ਦੀ ਖਾਤਰ ਉਹ ਕੁਝ ਵੀ ਕਰ ਸਕਦਾ ਹੈ, ਉਹਨੂੰ ਲੋਭੀ ਕਹਿੰਦੇ ਨੇ। ਤੇ ਬਾਣੀ 'ਚ ਮੇਰੇ ਸਤਿਗੁਰੂ ਨੇ ਲੋਭੀ ਬੰਦੇ ਦੀ ਤੁਲਨਾ ਹਲਕਾਏ ਕੁੱਤੇ ਨਾਲ ਕੀਤੀ ਹੈ। ਪਾਤਸ਼ਾਹ ਕਹਿੰਦੇ ਜਿਉਂ ਕੂਕਰ ਹਰਕਾਇਆ ਧਾਵੇ ਦਹਿੰਦ ਸਜਾਏ, ਲੋਭੀ ਜੰਤ ਨਾ ਜਾਣੀ ਭਖ ਅਪਖ ਸਭ ਖਾਏ। ਜਦੋਂ ਕੁੱਤੇ ਨੂੰ ਹਲਕਾ ਹੋ ਜਾਂਦਾ ਏ, ਉਹ ਆਪਣੇ ਮਾਲਕ ਨੂੰ ਹੀ ਵੱਢ ਖਾਂਦਾ ਏ, ਉਹਨੂੰ ਚੇਤਾ ਹੀ ਭੁੱਲ ਜਾਂਦਾ ਇਹ ਮੇਰਾ ਮਾਲਕ ਹੈ, ਇਹਨੇ ਮੈਨੂੰ ਪਾਲਿਆ, ਇਹ ਮੈਨੂੰ ਰੋਟੀ ਪਾਣੀ ਪਾਉਂਦਾ ਏ। ਤੇ ਸੱਚ ਜਾਣਿਓ ਭਾਗਾਂ ਵਾਲਿਓ, ਇਸੇ ਤਰ੍ਹਾਂ ਗੰਗੂ ਬ੍ਰਾਹਮਣ ਨੂੰ ਲੋਭ ਦਾ ਹਲਕਾ ਹੋ ਗਿਆ, ਉਹਨੂੰ ਚੇਤਾ ਹੀ ਭੁੱਲ ਗਿਆ ਕਿ ਇਹ ਗੁਰੂ ਗੋਬਿੰਦ ਸਿੰਘ ਦੇ ਮਾਤਾ ਨੇ, ਇਹ ਗੁਰੂ ਗੋਬਿੰਦ ਸਿੰਘ ਦੇ ਲਾਲ ਨੇ। ਉਹਨੂੰ ਚੇਤਾ ਹੀ ਭੁੱਲ ਗਿਆ ਕਿ ਮੈਂ ਬਚਪਨ ਵਿੱਚ ਯਤੀਮ ਹੋ ਗਿਆ ਸੀ, ਮੇਰੇ ਸਿਰ ਤੋਂ ਮੇਰੇ ਪਿਓ ਦਾ ਸਾਇਆ ਉੱਠ ਗਿਆ ਸੀ, ਮੇਰੀ ਮਾਂ ਮੈਨੂੰ ਲੈ ਕੇ ਦਰ ਦਰ ਤੇ ਭਟਕ ਰਹੀ ਸੀ। ਤੇ ਕਿਸੇ ਨੇ ਇਹ ਗੱਲ ਕਹੀ ਸੀ, ਦਰ ਦਰ ਤੇ ਭਟਕਣ ਦੀ ਲੋੜ ਨਹੀਂ, ਆਨੰਦਪੁਰ ਜਾਓ, ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੋ, ਗੁਰੂ ਗੋਬਿੰਦ ਸਿੰਘ ਤੁਹਾਡਾ ਆਸਰਾ ਬਣਨਗੇ। ਸਾਧ ਸੰਗਤ ਚੇਤਾ ਹੀ ਭੁੱਲ ਗਿਆ ਗੰਗੂ ਬ੍ਰਾਹਮਣ ਨੂੰ। ਮੈਂ ਬੇਨਤੀ ਕਰਾਂ, ਸ਼ਾਮਾਂ ਪਈਆਂ, ਸੂਰਜ ਛਿਪਿਆ, ਰਾਤ ਹੋਈ, ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਗੰਗੂ ਬ੍ਰਾਹਮਣ ਦੇ ਘਰ ਨੇ। ਕਹਿੰਦੇ ਗੰਗੂ ਬ੍ਰਾਹਮਣ ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦਿਆਂ ਵਾਸਤੇ ਰੋਟੀ ਲੈ ਕੇ ਆਇਆ। ਔਰ ਦੂਨਾ ਸਿੰਘ ਹੰਡੂਰੀਆ ਕਹਿੰਦਾ वो ऐसी रोटी कर लियायो हमरे काग ना कुकर खायो। ਜਿਹੜੀ ਰੋਟੀ ਗੰਗੂ ਬ੍ਰਾਹਮਣ ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦਿਆਂ ਨੂੰ ਦਿੰਦਾ ਏ, ਸੱਚ ਜਾਣਿਓ ਭਾਗਾਂ ਵਾਲਿਓ, ਜੇ ਕਿਤੇ ਉਹ ਰੋਟੀ ਕਿਸੇ ਕਾਂ ਜਾਂ ਕਿਸੇ ਕੁੱਤੇ ਅੱਗੇ ਰੱਖ ਦਈਏ, ਉਹ ਵੀ ਮੂੰਹ ਨਾ ਲਾਉਣ। ਜਿਹੜੀ ਰੋਟੀ ਗੰਗੂ ਬ੍ਰਾਹਮਣ ਨੇ ਮਾਤਾ ਗੁਜਰੀ ਤੇ ਸਾਹਿਬਜ਼ਾਦਿਆਂ ਨੂੰ ਦਿੱਤੀ, ਉਹ ਮਾਤਾ ਗੁਜਰ ਕੌਰ ਜਿਹੜੇ ਕਲਗੀਧਰ ਪਿਤਾ ਦੇ ਮਾਤਾ ਨੇ, ਉਹ ਸਾਹਿਬਜ਼ਾਦੇ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਫਰਜ਼ੰਦ ਨੇ। ਮਾਤਾ ਗੁਜਰ ਕੌਰ ਸਾਹਿਬਜ਼ਾਦਿਆਂ ਨੇ ਉਹ ਰੋਟੀ ਨਹੀਂ ਖਾਧੀ। ਤਬ ਮਾਤਾ ਐਸੇ ਬਿਲਖਾਨੀ ਭੂਖੇ ਕੁਰ ਦੇਖ ਕੁਮਲਾਨੀ। ਮਾਤਾ ਨੇ ਮੋਹਰਾਂ ਕੱਢੀਆਂ ਤੇ ਗੰਗੂ ਨੂੰ ਕਿਹਾ ਜਾ ਬਾਹਰੋਂ ਕੁਝ ਖਾਣ ਵਾਸਤੇ ਲੈ ਕੇ ਆਇਆ। ਉਹਨਾਂ ਮੋਹਰਾਂ ਦਾ ਗੰਗੂ ਬਾਹਰੋਂ ਕੁਝ ਖਾਣ ਵਾਸਤੇ ਲੈ ਕੇ ਆਇਆ। ਅਸਲ ਦੇ ਵਿੱਚ ਸਾਧ ਸੰਗਤ ਉਹਦੀ ਚਾਲ ਸੀ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਸ ਗੁਥਲੀ ਦੇ ਵਿੱਚੋਂ ਮੋਹਰਾਂ ਕਢਾਈਆਂ ਜਾਣ। ਹੁਣ ਸਾਧ ਸੰਗਤ ਧਿਆਨ ਦੇਣਾ, ਗੰਗੂ ਬ੍ਰਾਹਮਣ ਉਡੀਕ ਕਰਨ ਲੱਗਾ ਕਦੋਂ ਮਾਤਾ ਗੁਜਰੀ ਜੀ ਸੌਣ, ਕਦੋਂ ਸਾਹਿਬਜ਼ਾਦੇ ਸੌਣ ਤੇ ਇਹ ਮੋਹਰਾਂ ਵਾਲੀ ਥੈਲੀ ਮੈਂ ਚੁਰਾ ਲਵਾਂ। ਧਿਆਨ ਦੇਣਾ ਸਾਧ ਸੰਗਤ, ਕਿਤੇ ਮਹਿਸੂਸ ਕਰਕੇ ਵੇਖੋ ਗੰਗੂ ਬ੍ਰਾਹਮਣ ਨੂੰ ਕੀ ਪਤਾ ਏ। ਕਿਤੇ ਮੈਂ ਕਹਿੰਦਾ ਮਾਂ ਗੁਜਰੀ ਦਾ ਹਿਰਦਾ ਪੜ੍ਹ ਕੇ ਵੇਖੋ, ਕਿਤੇ ਮਹਿਸੂਸ ਕਰਕੇ ਵੇਖੋ। ਉਹ ਮਾਂ ਗੁਜਰੀ ਜਿਹਦਾ ਇੱਕੋ ਇੱਕ ਪੁੱਤ, ਉਹ ਵੀ ਪੁੱਤ ਉਹਨੂੰ 34 ਸਾਲ ਬਾਅਦ ਮਿਲਿਆ। ਤੇ ਮੈਂ ਬੇਨਤੀ ਕਰਾਂ, ਕੋਈ ਪਤਾ ਨਹੀਂ ਉਹ ਪੁੱਤ ਕਿੱਥੇ ਹੈ ਜਾਂ ਸ਼ਹੀਦ ਹੋ ਗਿਆ, ਜਿਹਦਾ ਆਨੰਦਪੁਰ ਚਲਿਆ ਗਿਆ। ਮੈਂ ਬੇਨਤੀ ਕਰਾਂ ਸਾਧ ਸੰਗਤ, ਜਿਹਦੇ ਵੱਡੇ ਪੋਤਰਿਆਂ ਦਾ ਕੋਈ ਪਤਾ ਨਹੀਂ, ਜਿਹਨੂੰ ਇਹ ਨਹੀਂ ਪਤਾ ਮਾਤਾ ਸੁੰਦਰ ਕੌਰ ਤੇ ਸਾਹਿਬ ਕੌਰ ਕਿੱਥੇ ਨੇ। ਸਾਧ ਸੰਗਤ ਉਸ ਮਾਤਾ ਗੁਜਰੀ ਨੂੰ ਕਿੱਥੇ ਨੀਂਦ ਆਉਣੀ ਸੀ, ਕਿੱਥੇ ਨੀਂਦ ਆਉਣੀ ਸੀ ਉਹਨੂੰ। ਮੈਂ ਕਹਿੰਦਾ ਸਾਡੇ ਤੇ ਮਾੜਾ ਜਿਹਾ ਦੁੱਖ ਆ ਜਾਵੇ ਨਾ, ਮਾੜਾ ਜਿਹਾ ਦੁੱਖ, ਅਸੀਂ ਘਬਰਾ ਜਾਂਦੇ ਆ, ਅਸੀਂ ਡਰ ਜਾਂਦੇ ਆ, ਅਸੀਂ ਡਿਪਰੈਸ਼ਨ ਦੇ ਵਿੱਚ ਆ ਜਾਂਦੇ ਆ। ਪਰ ਦੁੱਖਾਂ ਦਾ ਪਹਾੜ ਟੁੱਟਾ ਏ ਸਾਧ ਸੰਗਤ, ਮਾਤਾ ਗੁਜਰੀ ਦੇ ਸਿਰ ਤੇ ਦੁੱਖਾਂ ਦਾ ਪਹਾੜ। ਰਾਤ ਹੋਈ, ਗੰਗੂ ਬ੍ਰਾਹਮਣ ਕਮਰੇ ਵਿੱਚ ਗਿਆ, ਸਾਹਿਬਜ਼ਾਦੇ ਸੁੱਤੇ ਨੇ ਪਰ ਮਾਤਾ ਗੁਜਰੀ ਜਾਗਦੀ ਏ। ਹੁਣ ਉਹ ਜਿਹੜੀ ਮੋਹਰਾਂ ਵਾਲੀ ਥੈਲੀ ਸੀ ਨਾ, ਉਹ ਚੁਰਾ ਲਈ ਗੰਗੂ ਬ੍ਰਾਹਮਣ ਨੇ। ਤੇ ਮੈਂ ਬੇਨਤੀ ਕਰਾਂ, ਬਾਹਰ ਆ ਕੇ ਉਹਨੇ ਮਿੱਟੀ ਦੇ ਵਿੱਚ ਟੋਏ ਦੇ ਵਿੱਚ ਡੱਬ ਦਿੱਤੀ। ਜੋਗੀ ਅੱਲਾ ਯਾਰ ਖਾਂ ਕਹਿੰਦਾ ਏ, ਭਈ ਰੈਣ ਜਬ ਖੁਰਜੀ ਲੀਨੀ ਜਾ ਕੇ ਚੋਏ ਮੈਂ ਗੱਡ ਦੀਨੀ। ਉਹ ਬਾਹਰ ਉਹਨੇ ਮਿੱਟੀ ਦਾ ਟੋਆ ਪੁੱਟ ਕੇ ਉਹਦੇ ਵਿੱਚ ਗੱਡ ਦਿੱਤੀ। ਸਵੇਰ ਹੋਈ, ਸਵੇਰ ਹੋਣ ਸਾਰ ਮਾਤਾ ਗੁਜਰ ਕੌਰ ਨੇ ਆਵਾਜ਼ ਮਾਰੀ, ਗੰਗਿਆ ਪੁੱਤਰਾ ਮੇਰੀ ਗੱਲ ਸੁਣ, ਜੇ ਮੋਹਰਾਂ ਦੀ ਲੋੜ ਸੀ, ਜੇ ਧਨ ਦੀ ਲੋੜ ਸੀ, ਪੈਸਿਆਂ ਦੀ ਲੋੜ ਸੀ, ਮੰਗ ਕੇ ਲੈ ਲੈਂਦਾ, ਚੋਰੀ ਕਿਉਂ ਕੀਤੀ? ਤੂੰ ਚੋਰੀ ਕਿਉਂ ਕੀਤੀ? ਸੱਚ ਜਾਣਿਓ ਭਾਗਾਂ ਵਾਲਿਓ, ਜਦੋਂ ਮਾਤਾ ਗੁਜਰੀ ਨੇ ਆਹ ਗੱਲ ਕਹੀ ਨਾ ਕਿ ਗੰਗਿਆ ਜੇ ਧਨ ਦੀ ਲੋੜ ਸੀ, ਪੈਸਿਆਂ ਦੀ ਲੋੜ ਸੀ, ਮੰਗ ਕੇ ਲੈ ਲੈਂਦਾ, ਤੂੰ ਮੋਹਰਾਂ ਵਾਲੀ ਗੁਥਲੀ ਥੈਲੀ ਚੋਰੀ ਕਿਉਂ ਕੀਤੀ? ਤੇ ਕਹਿੰਦੇ ਨੇ ਗੰਗੂ ਬ੍ਰਾਹਮਣ ਨੇ ਉੱਚੀ ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ।
ਉੱਚੀ ਉੱਚੀ रौला पाना शुरू कर दिता। उपदेश माता गुजरी का सुनकर वो बेहया शर्मिंदा होने की जगह चिल्लाने लग गया। जोगी अल्लाह यार खा कहंदा भी शर्मिंदा होने की जगह ਉਹਨੂੰ ਤੇ ਚਾਹੀਦਾ ਸੀ ਸ਼ਰਮਿੰਦਾ ਹੋਣਾ ਵੀ ਮੈਂ ਚੋਰੀ ਕੀਤੀ ਏ, ਪਰ ਸ਼ਰਮਿੰਦਾ ਹੋਣ ਦੀ ਜਗ੍ਹਾ ਉਹਨੇ ਉੱਚੀ ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਹ ਗੱਲ ਸਾਧ ਸੰਗਤ ਸੱਚ ਹੈ। ਜਦੋਂ ਝੂਠੇ ਬੰਦੇ ਤੇ ਇਲਜ਼ਾਮ ਲੱਗਦਾ ਹੈ ਨਾ ਤੇ ਉਹ ਰੌਲਾ ਪਾਉਂਦਾ ਹੀ ਪਾਉਂਦਾ ਏ। ਤੇ ਮੈਂ ਬੇਨਤੀ ਕਰਾਂ, ਜਦੋਂ ਸੱਚੇ ਬੰਦੇ ਤੇ ਕੋਈ ਇਲਜ਼ਾਮ ਲਾਉਂਦਾ ਏ, ਜਦੋਂ ਕੋਈ ਸੱਚੇ ਬੰਦੇ ਤੇ ਉਂਗਲ ਉੱਠਦੀ ਏ, ਉਹ ਪਰਵਾਹ ਨਹੀਂ ਕਰਦਾ, ਕਿਉਂਕਿ ਉਹ ਸੱਚਾ ਹੈ, ਉਹ ਸੱਚਾ ਹੈ। ਹੁਣ ਮੈਂ ਬੇਨਤੀ ਕਰਾਂ, गंगू ब्राह्मण ने रौला पाना शुरू कर दिता। कहंदा एक ते मैं हुकूमत दा खतरा मुल लैके तुहानू अपने घर विच रखिया है, ते दूजा तुसी मेरे ते चोरी दा इल्जाम ला रहे हो। ते मैं बेनती करा, ओ माता गुजरी नू कहंदा तब मसंद ऐसे कहे तुम हमको तोहमत दे, हम तुम घर ना राखसी, तुम स्यों कैसा ने, हुण मैं तुहानू अपने घर नहीं रखना। गंगू ब्राह्मण मरिंडे थाणे दे विच गया। ਜਦੋਂ ਮਰਿੰਡੇ ਥਾਣੇ ਦੇ ਵਿੱਚ ਗਿਆ, ਉੱਥੇ ਜਾ ਕੇ ਕੰਪਲੇਂਟ ਦਰਜ ਕਰਾਈ ਕਿ ਗੁਰੂ ਗੋਬਿੰਦ ਸਿੰਘ ਦੇ ਮਾਤਾ ਤੇ ਗੁਰੂ ਗੋਬਿੰਦ ਸਿੰਘ ਦੇ ਲਾਲ ਮੇਰੇ ਘਰ ਦੇ ਵਿੱਚ ਨੇ, ਮੇਰੇ ਕੋਲ ਨੇ, ਤੁਸੀਂ ਆ ਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਓ, ਉਹਨਾਂ ਨੂੰ ਗ੍ਰਿਫਤਾਰ ਕਰ ਲਓ। ਤੇ ਸਾਧ ਸੰਗਤ, ਸਾਡਾ ਇਤਿਹਾਸ ਕਹਿੰਦਾ ਜਾਨੀ ਖਾਂ ਮਾਨੀ ਖਾਂ ਮਰਿੰਡੇ ਤੋਂ ਆਏ ਗੰਗੂ ਬ੍ਰਾਹਮਣ ਦੇ ਘਰ, ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕੀਤਾ। ਹੁਣ ਗ੍ਰਿਫਤਾਰ ਪਤਾ ਕਿੱਦਾਂ ਕੀਤਾ? ਦੂਨਾ ਸਿੰਘ ਹੰਡੂਰੀਆ ਕਥਾ ਗੁਰਸੁੱਤਨ ਦੇ ਵਿੱਚ ਲਿਖਦਾ ਏ, ਉਹ ਕਹਿੰਦਾ ਏ ਸਾਹਿਬਜ਼ਾਦਿਆਂ ਨੂੰ ਨਾ ਬੋਰੀਆਂ ਦੇ ਵਿੱਚ ਪਾ ਦਿੱਤਾ ਗਿਆ ਜੀ, ਬੋਰੀਆਂ ਦੇ ਵਿੱਚ। ਉਹ ਕਲਗੀਧਰ ਦੇ ਛੋਟੇ ਛੋਟੇ ਲਾਲਾਂ ਨੂੰ ਬੋਰੀਆਂ ਦੇ ਵਿੱਚ ਪਾ ਦਿੱਤਾ ਗਿਆ, ਬੋਰੀਆਂ ਦੇ ਮੂੰਹ ਬੰਨ ਕੇ ਤੇ ਐਦਾਂ ਭਵਾਂ ਕੇ ਗੱਡੇ ਦੇ ਉੱਤੇ ਸੁੱਟਿਆ ਗਿਆ। ਇੱਕ ਬੋਰਾ ਵਾਲਾ ਮਿਰਚਾਂ ਲੈ ਕੇ ਉਹ ਮਿਰਚਾਂ ਵਾਲਾ ਬੋਰਾ ਮਾਤਾ ਗੁਜਰੀ ਦੇ ਸੀਸ ਦੇ ਉੱਤੇ ਚਾੜਿਆ ਗਿਆ ਤੇ ਉਹਨਾਂ ਨੂੰ ਵੀ ਗੱਡੇ ਦੇ ਉੱਤੇ ਸੁੱਟ ਦਿੱਤਾ ਗਿਆ। ਤੇ ਮੈਂ ਬੇਨਤੀ ਕਰਾਂ ਸਾਧ ਸੰਗਤ, ਗੰਗੂ ਬ੍ਰਾਹਮਣ ਦੇ ਘਰੋਂ ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦਿਆਂ ਨੂੰ ਮਰਿੰਡੇ ਥਾਣੇ ਦੇ ਵਿੱਚ ਲੈ ਗਏ। ਹੁਣ ਜਦੋਂ ਮਰਿੰਡੇ ਥਾਣੇ ਦੇ ਵਿੱਚ ਲੈ ਗਏ, ਮਾਤਾ ਗੁਜਰ ਕੌਰ ਜੀ ਨੂੰ ਪਾਸੇ ਕਰ ਦਿੱਤਾ। ਜਾਨੀ ਖਾਂ ਤੇ ਮਾਨੀ ਖਾਂ ਦੇ ਸਾਹਮਣੇ ਦੋਵੇਂ ਸਾਹਿਬਜ਼ਾਦੇ ਖਲੋਤੇ ਨੇ। ਹੁਣ ਸਾਧ ਸੰਗਤ, ਜਾਨੀ ਖਾਂ ਮਾਨੀ ਖਾਂ ਸਾਹਿਬਜ਼ਾਦਿਆਂ ਨੂੰ ਕਹਿੰਦੇ ਨੇ ਵੀ ਤੁਸੀਂ ਮੁਸਲਮਾਨ ਬਣ ਜਾਓ, ਤੁਸੀਂ ਮੁਸਲਮਾਨ ਬਣ ਜਾਓ। ਹੁਣ ਸਾਧ ਸੰਗਤ, ਜਾਨੀ ਖਾਂ ਮਾਨੀ ਖਾਂ ਮਨ ਵਿੱਚ ਇਹ ਗੱਲ ਸੋਚਦੇ ਨੇ ਕਿ ਜੇ ਅਸੀਂ ਸਾਹਿਬਜ਼ਾਦਿਆਂ ਨੂੰ ਮੁਸਲਮਾਨ ਬਣਾ ਕੇ ਵਜ਼ੀਰ ਖਾਨ ਦੀ ਕਚਹਿਰੀ ਦੇ ਵਿੱਚ ਪੇਸ਼ ਕਰਾਂਗੇ ਤੇ ਵਜ਼ੀਰ ਖਾਨ ਨੇ ਬੜੇ ਖੁਸ਼ ਹੋਣਾ ਹੈ, ਉਹਨੇ ਸਾਨੂੰ ਜ਼ਗੀਰਾਂ ਦੇ ਦੇਣੀਆਂ ਨੇ, ਉਹਨੇ ਸਾਨੂੰ ਜ਼ਗੀਰਾਂ ਦੇ ਦੇਣੀਆਂ ਨੇ। ਵੇਖੋ ਸਾਧ ਸੰਗਤ, ਜੇ ਆਪਾਂ ਸਰਹੰਦ ਦੀ ਗੱਲ ਕਰੀਏ ਨਾ, ਸਰਹੰਦ, ਮੈਂ ਕਹਿੰਦਾ ਸਰਹੰਦ ਉਸ ਸਮੇਂ ਹਿੰਦੁਸਤਾਨ ਦੀ ਸਭ ਤੋਂ ਵੱਡੀ ਰਿਆਸਤ ਦੀ ਸਭ ਤੋਂ ਵੱਡੀ ਰਿਆਸਤ। ਸਰਹਿੰਦ ਹਿੰਦੁਸਤਾਨ ਦਾ ਸਿਰ, ਸਭ ਤੋਂ ਵੱਡੀ ਰਿਆਸਤ। ਔਰ ਸਾਲ ਦਾ 32 ਲੱਖ ਰੁਪਈਆ ਜਿਹੜਾ ਉਹ ਵਜ਼ੀਰ ਖਾਨ ਨੂੰ ਮਿਲਦਾ ਸੀ, 32 ਲੱਖ ਰੁਪਈਆ ਆਮਦਨ ਸੀ ਉਦੋਂ ਦਾ। 32 ਲੱਖ ਤੇ ਅੱਜ ਦਾ ਅਰਬਾਂ ਖਰਬਾਂ ਰੁਪਈਆ ਬਣਦਾ ਸਾਧ ਸੰਗਤ, ਅਰਬਾਂ ਖਰਬਾਂ ਰੁਪਈਆ। ਇਸ ਕਰਕੇ ਜਿਹੜੇ ਮੈਂ ਬੇਨਤੀ ਕਰਾਂ, ਉਹ ਜਾਨੀ ਖਾਂ ਮਾਨੀ ਖਾਂ ਸੋਚਦੇ ਨੇ ਮਨ ਵਿੱਚ ਕਿ ਜੇ ਸਾਹਿਬਜ਼ਾਦਿਆਂ ਨੂੰ ਅਸੀਂ ਮੁਸਲਮਾਨ ਬਣਾ ਕੇ ਪੇਸ਼ ਕੀਤਾ ਤੇ ਵਜ਼ੀਰ ਖਾਨ ਨੇ ਖੁਸ਼ ਹੋ ਜਾਣਾ, ਸਾਡੀਆਂ ਝੋਲੀਆਂ ਭਰ ਦੇਣੀਆਂ। ਹੁਣ ਸਾਧ ਸੰਗਤ, ਜਾਨੀ ਖਾਂ ਮਾਨੀ ਖਾਂ ਸਾਹਿਬਜ਼ਾਦਿਆਂ ਨੂੰ ਕਹਿੰਦੇ ਨੇ ਕਿ ਤੁਸੀਂ ਮੁਸਲਮਾਨ ਬਣ ਜਾਓ, ਤੁਹਾਨੂੰ ਜ਼ਗੀਰਾਂ ਦਿੱਤੀਆਂ ਜਾਣਗੀਆਂ, ਧਨ ਦਿੱਤਾ ਜਾਵੇਗਾ, ਬਹੁਤ ਕੁਝ ਦਿੱਤਾ ਜਾਵੇਗਾ। ਸਾਹਿਬਜ਼ਾਦੇ ਕਹਿੰਦੇ ਵੀ ਮੁਸਲਮਾਨ ਨਹੀਂ ਬੰਨਾ। ਜਾਨੀ ਖਾਂ ਮਾਨੀ ਖਾਂ ਕਹਿੰਦੇ ਅਸੀਂ ਤੁਹਾਨੂੰ ਤਸੀਹਾ ਇਦਾਂ ਦਾ ਦੇਣਾ ਹੈ, ਸਵੇਰ ਹੁੰਦਿਆਂ ਸਾਰ ਤੁਸੀਂ ਹੱਥ ਜੋੜ ਦੇਣੇ ਨੇ, ਅਸੀਂ ਮੁਸਲਮਾਨ ਬਣਨ ਵਾਸਤੇ ਤਿਆਰ ਹਾਂ। ਤੇ ਉਹ ਤਸੀਹਾ ਕਿਹੜਾ ਸੀ? ਉਹ ਤਸੀਹਾ ਸੀ ਠੰਡੀ ਜੇਲ੍ਹ ਦੇ ਵਿੱਚ ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦਿਆਂ ਨੂੰ ਕੈਦ ਕਰਨਾ। ਜਦੋਂ ਮਾਤਾ ਗੁਜਰ ਕੌਰ ਸਾਹਿਬਜ਼ਾਦਿਆਂ ਨੂੰ ਉਸ ਜੇਲ੍ਹ ਦੇ ਵਿੱਚ ਲੈ ਕੇ ਗਏ, ਬਕਾਇਦਾ ਹੁਕਮ ਕੀਤਾ ਨਾ ਕੋਈ ਗਰਮ ਬਿਸਤਰਾ ਦਿੱਤਾ ਜਾਵੇ, ਨਾ ਰੋਟੀ ਦਿੱਤੀ ਜਾਵੇ, ਨਾ ਕੋਈ ਪੀਣ ਵਾਸਤੇ ਗਰਮ ਪਦਾਰਥ ਦਿੱਤਾ ਜਾਵੇ। ਹੁਣ ਉਸ ਜੇਲ੍ਹ ਦੇ ਵਿੱਚ ਬਹੁਤ ਜ਼ਿਆਦਾ ਠੰਡ ਹੈ ਜੀ, ਬਹੁਤ ਜ਼ਿਆਦਾ ਠੰਡ। ਕੱਚੀ ਜੇਲ੍ਹ ਹੈ, ਫਰਸ਼ ਵੀ ਕੱਚਾ ਏ ਤੇ ਕਹਿਰਾਂ ਦੀ ਠੰਡ ਪੈ ਰਹੀ ਹੈ। ਕਹਿਰਾਂ ਦੀ ਠੰਡ ਅੱਜ ਨਾਲੋਂ 10 ਗੁਣਾ ਵੱਧ ਠੰਡ ਪੈਂਦੀ ਸੀ ਸਾਧ ਸੰਗਤ ਉਦੋਂ।
ਮਾਤਾ ਗੁਜਰ ਕੌਰ ਨੇ ਵੇਖਿਆ ਬਹੁਤ ਜ਼ਿਆਦਾ ਠੰਡ ਹੈ, ਸਾਹਿਬਜ਼ਾਦਿਆਂ ਦੇ ਹੱਥ ਪੈਰ ਨੀਲੇ ਹੋ ਰਹੇ ਨੇ, ਤੇ ਮੈਂ ਬੇਨਤੀ ਕਰਾਂ ਮਾਤਾ ਗੁਜਰ ਕੌਰ ਜੀ ਚੌਂਕੜਾ ਮਾਰ ਕੇ ਬਹਿ ਗਏ ਉਸ ਕੱਚੇ ਫਰਸ਼ ਦੇ ਉੱਤੇ। ਆਪ ਦੋਵਾਂ ਲਾਲਾਂ ਨੂੰ ਆਪਣੀ ਗੋਦੀ ਦੇ ਵਿੱਚ ਬਿਠਾ ਲਿਆ। ਮੈਂ ਬੇਨਤੀ ਕਰਾਂ ਸਾਧ ਸੰਗਤ, ਸਾਰੀ ਰਾਤ ਮਾਤਾ ਗੁਜਰ ਕੌਰ ਜੀ ਚੌਂਕੜਾ ਮਾਰ ਕੇ ਬੈਠੇ ਰਹੇ। ਸਾਹਿਬਜ਼ਾਦੇ ਦਾਦੀ ਦੀ ਗੋਦ ਵਿੱਚ ਸੁੱਤੇ ਨੇ। ਸਾਰੀ ਰਾਤ ਮਾਤਾ ਗੁਜਰ ਕੌਰ ਐਦਾਂ ਹੱਥ ਮਲ ਮਲ ਕੇ ਕਦੀ ਸਾਹਿਬਜ਼ਾਦਿਆਂ ਦੇ ਮੂੰਹ ਤੇ ਲਾਉਂਦੀ ਏ, ਕਦੀ ਮਾਤਾ ਗੁਜਰ ਕੌਰ ਸਾਹਿਬਜ਼ਾਦਿਆਂ ਦੇ ਹੱਥਾਂ ਤੇ ਲਾਉਂਦੀ ਏ, ਤੇ ਕਦੀ ਮਾਤਾ ਗੁਜਰ ਕੌਰ ਸਾਹਿਬਜ਼ਾਦਿਆਂ ਦੇ ਪੈਰਾਂ ਦੇ ਉੱਤੇ ਲਾਉਂਦੀ ਏ। ਸਾਹਿਬਜ਼ਾਦੇ ਸੁੱਤੇ ਨੇ ਦਾਦੀ ਦੀ ਗੋਦ ਵਿੱਚ, ਪਰ ਸਾਰੀ ਰਾਤ ਮਾਤਾ ਗੁਜਰ ਕੌਰ ਨਹੀਂ ਸੁੱਤੇ, ਐਦਾਂ ਚੌਂਕੜਾ ਮਾਰ ਕੇ ਬੈਠੇ ਰਹੇ। ਸਾਰੀ ਰਾਤ ਆਪਣੇ ਲਾਲਾਂ ਨੂੰ ਨਿੱਘ ਦਿੰਦੇ ਰਹੇ। ਸਾਰੀ ਰਾਤ ਸਵੇਰ ਹੋਈ, ਜਾਨੀ ਖਾਂ ਮਾਨੀ ਖਾਂ ਮਨ ਵਿੱਚ ਸੋਚਦੇ ਨੇ ਕਿ ਸਾਹਿਬਜ਼ਾਦਿਆਂ ਨੇ ਈਣ ਮੰਨ ਜਾਣੀ ਏ, ਪਰ ਜਦੋਂ ਜੇਲ੍ਹ ਦੇ ਅੰਦਰ ਗਏ ਮਾਤਾ ਗੁਜਰ ਕੌਰ ਸਾਹਿਬਜ਼ਾਦੇ ਰੱਬ ਦੀ ਭਗਤੀ ਕਰ ਰਹੇ ਨੇ, ਪਰਮਾਤਮਾ ਦੀ ਭਗਤੀ ਕਰ ਰਹੇ ਨੇ, ਤਜਸਵੀ ਨੂਰ ਏ ਚਿਹਰੇ ਦੇ ਉੱਤੇ, ਚੜ੍ਹਦੀ ਕਲਾ ਏ। ਮੈਂ ਬੇਨਤੀ ਕਰਾਂ ਵੇਖ ਕੇ ਹੈਰਾਨ ਰਹਿ ਗਏ, ਵੇਖ ਕੇ ਹੈਰਾਨ ਰਹਿ ਗਏ। ਵੇਖੋ ਭਾਗਾਂ ਵਾਲਿਓ, ਜਿਹੜਾ ਰੱਬ ਦੀ ਭਗਤੀ ਕਰਦਾ ਹੈ ਨਾ, ਜਿਹੜਾ ਪਰਮਾਤਮਾ ਦੀ ਭਗਤੀ ਕਰਦਾ ਹੈ, ਸੱਚ ਜਾਣਿਓ ਉਹ ਕਿਸੇ ਗੱਲ ਦੀ ਪਰਵਾਹ ਨਹੀਂ ਕਰਦਾ। ਬਾਣੀ ਚ ਪੰਗਤੀ ਆਉਂਦੀ ਏ, ਦੁੱਖ ਭੂਖ ਸੰਸਾ ਮਿਟ ਗਿਆ, ਗਾਵਤ ਪ੍ਰਭ ਨਾਮ। ਜਿਹੜਾ ਬਾਣੀ ਪੜ੍ਹਦਾ ਏ, ਰੱਬ ਦੀ ਭਗਤੀ ਕਰਦਾ ਏ, ਸਹਿਜ ਪਾਠ ਕਰਦਾ ਏ, ਉਸ ਪਰਮੇਸ਼ਰ ਨੂੰ ਚੇਤੇ ਕਰਦਾ ਏ, ਵੱਡੇ ਤੋਂ ਵੱਡਾ ਦੁੱਖ ਆ ਜਾਵੇ ਭਾਗਾਂ ਵਾਲਿਓ ਉਹ ਪਰਵਾਹ ਨਹੀਂ ਕਰਦਾ, ਉਹ ਪਰਵਾਹ ਨਹੀਂ ਕਰਦਾ। ਸਤਿਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀਐ। ਮਹਾਰਾਜ ਨੇ ਤੇ ਬਾਣੀ ਦੇ ਵਿੱਚ ਕਿਹਾ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਹੜਾ ਉਸ ਨਿਰਭਉ ਪ੍ਰਮਾਤਮਾ ਨੂੰ ਧਿਆਉਂਦਾ ਏ, ਉਹਦੇ ਸਾਰੇ ਭੈ ਡਰ ਜਿਹੜੇ ਨੇ ਉਹ ਖਤਮ ਹੋ ਜਾਂਦੇ ਨੇ। ਮੈਂ ਬੇਨਤੀ ਕਰਾਂ, ਜਦੋਂ ਸਾਹਿਬਜ਼ਾਦਿਆਂ ਨੇ ਈਨ ਨਾ ਮੰਨੀ, ਜਾਨੀ ਖਾਂ ਮਾਨੀ ਖਾਂ ਮਾਤਾ ਗੁਜਰ ਕੌਰ ਸਾਹਿਬਜ਼ਾਦਿਆਂ ਨੂੰ ਸਰਹੰਦ ਲੈ ਕੇ ਜਾਂਦੇ ਨੇ। ਭਾਗਾਂ ਵਾਲਿਓ, ਮਰਿੰਡੇ ਤੋਂ ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦਿਆਂ ਨੂੰ ਪੈਦਲ ਸਰਹੰਦ ਲੈ ਕੇ ਗਏ ਜੀ, ਪੈਦਲ ਸਰਹੰਦ। ਆ ਵੇਖੋ ਕਿੰਨੀ ਠੰਡ ਹੈ। ਅੱਜ ਰੋਡ ਪੱਕੇ ਬਣੇ ਨੇ, ਤੁਸੀਂ ਨੰਗੇ ਪੈਰੀ ਰੋਡਾਂ ਤੇ ਚੱਲ ਕੇ ਵੇਖੋ, ਅਸੀਂ ਕਿਲੋਮੀਟਰ ਨਹੀਂ ਚੱਲ ਸਕਦੇ, ਸਾਡੇ ਪੈਰ ਦੁਖਣ ਲੱਗ ਜਾਣਗੇ, ਛਾਲੇ ਬਣ ਜਾਣਗੇ। ਉਦੋਂ ਕੰਡਿਆਲੀ ਰਸਤਾ ਸੀ, ਪੈਰਾਂ ਦੇ ਵਿੱਚ ਨਾ ਮਾਤਾ ਗੁਜਰ ਕੌਰ ਦੇ ਜੋੜਾ, ਨਾ ਸਾਹਿਬਜ਼ਾਦਿਆਂ ਦੇ ਜੋੜਾ। ਔਰ ਮੈਂ ਬੇਨਤੀ ਕਰਾਂ, ਮਰਿੰਡੇ ਤੋਂ ਸਰਹੰਦ ਪੈਦਲ ਲਿਆਂਦਾ ਸੀ ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦਿਆਂ ਨੇ। ਕੰਡੇ ਵੱਜ ਵੱਜ ਕੇ ਕਲਗੀਧਰ ਦੇ ਮਾਤਾ ਤੇ ਲਾਲਾਂ ਦੇ ਪੈਰਾਂ ਦੇ ਵਿੱਚੋਂ ਨਹੁੰ ਨਿਕਲਦਾ ਪਿਆ। ਜਦੋਂ ਸਰਹੰਦ ਲਿਆਂਦਾ ਗਿਆ, ਵਜ਼ੀਰ ਖਾਨ ਦੀ ਕਚਹਿਰੀ ਵਿੱਚ ਪੇਸ਼ ਕੀਤਾ। ਵਜ਼ੀਰ ਖਾਨ ਬੜਾ ਖੁਸ਼ ਹੋਇਆ। 7 ਮਹੀਨੇ ਆਨੰਦਪੁਰ ਨੂੰ ਘੇਰਾ ਪਾਇਆ। ਜਿਹੜਾ ਗੁਰੂ ਗੋਬਿੰਦ ਸਿੰਘ ਉੱਥੇ ਨਹੀਂ ਫੜਿਆ ਗਿਆ। ਸਰਸਾ ਦੇ ਕੰਢੇ ਤੇ ਘਮਸਾਨ ਯੁੱਧ ਹੋਇਆ, ਗੁਰੂ ਗੋਬਿੰਦ ਸਿੰਘ ਉੱਥੇ ਨਹੀਂ ਫੜਿਆ ਗਿਆ। 10 ਲੱਖ ਫੌਜ ਨੇ ਚਮਕੌਰ ਦੀ ਗੜੀ ਨੂੰ ਘੇਰਾ ਪਾਇਆ, ਗੁਰੂ ਗੋਬਿੰਦ ਸਿੰਘ ਉੱਥੋਂ ਵੀ ਨਿਕਲ ਗਿਆ। ਅੱਜ ਗੁਰੂ ਗੋਬਿੰਦ ਸਿੰਘ ਦੇ ਮਾਤਾ ਤੇ ਗੁਰੂ ਗੋਬਿੰਦ ਸਿੰਘ ਦੇ ਫਰਜ਼ੰਦ ਮੇਰੀ ਕੈਦ ਵਿੱਚ ਨੇ। ਜਦੋਂ ਗੁਰੂ ਗੋਬਿੰਦ ਸਿੰਘ ਨੂੰ ਪਤਾ ਲੱਗੇਗਾ, ਗੁਰੂ ਗੋਬਿੰਦ ਸਿੰਘ ਆਪਣੇ ਪੁੱਤਰਾਂ ਤੇ ਆਪਣੀ ਮਾਤਾ ਦੇ ਮੋਹ ਵਿੱਚ ਵੱਜਾ ਹੋਇਆ ਖੁਦ ਮੇਰੇ ਕੋਲ ਚੱਲ ਕੇ ਆਵੇਗਾ, ਮੇਰੇ ਕੋਲ ਚੱਲ ਕੇ ਆਵੇਗਾ। ਦੁਨਿਆਵੀ ਲੋਕਾਂ ਨੂੰ ਮੋਹ ਦੀਆਂ ਤੰਦਾਂ ਤੰਗ ਕਰਦੀਆਂ ਨੇ, ਪਰ ਮੈਂ ਬੇਨਤੀ ਕਰਾਂ, ਉਹ ਗੁਰੂ ਹੈ। ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਪਹਿ ਹੈ। ਭਾਗਾਂ ਵਾਲਿਓ, ਗੁਰੂ ਨੂੰ ਕੋਈ ਕਾਮ ਨਹੀਂ, ਕੋਈ ਕ੍ਰੋਧ ਨਹੀਂ, ਕੋਈ ਲੋਭ ਨਹੀਂ, ਕੋਈ ਮੋਹ ਨਹੀਂ ਤੇ ਕੋਈ ਹੰਕਾਰ ਨਹੀਂ, ਕੋਈ ਡਰ ਨਹੀਂ, ਕੋਈ ਦੁੱਖ ਨਹੀਂ, ਕੋਈ ਪਰਵਾਹ ਨਹੀਂ। ਵਜ਼ੀਰ ਖਾਨ ਸਾਹਿਬਜ਼ਾਦਿਆਂ ਨੂੰ ਉਹੀ ਗੱਲ ਕਹਿੰਦਾ ਜਿਹੜੀ ਜਾਨੀ ਖਾਂ ਮਾਨੀ ਖਾਂ ਕਹਿੰਦੇ ਨੇ। ਪਹਿਲਾਂ ਲਾਲਚ ਦਿੱਤੇ, ਜਦੋਂ ਸਾਹਿਬਜ਼ਾਦੇ ਨਾ ਮੰਨੇ ਤੇ ਵਜ਼ੀਰ ਖਾਂ ਕਹਿੰਦਾ, ਤੁਹਾਨੂੰ ਮੈਂ ਤਸੀਹੇ ਇਦਾਂ ਦੇ ਦੇਣੇ ਨੇ, ਤੁਸੀਂ ਆਪਣੇ ਆਪ ਮੁਸਲਮਾਨ ਬਣ ਜਾਣਾ ਏ। ਤੇ ਮੈਂ ਬੇਨਤੀ ਕਰਾਂ, ਉਹ ਤਸੀਹਾ ਕੀ ਦਿੱਤਾ ਗਿਆ? ਉਹ ਤਸੀਹਾ ਇਹ ਸੀ ਕਿ ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਦੇ ਵਿੱਚ ਕੈਦ ਕੀਤਾ ਜਾਵੇ, ਠੰਡੇ ਬੁਰਜ ਦੇ ਵਿੱਚ। ਭਾਗਾਂ ਵਾਲਿਓ, ਉਹ ਠੰਡਾ ਬੁਰਜ ਜਿਹਦੀ ਉਚਾਈ ਧਰਤੀ ਤੋਂ ਬਹੁਤ ਉੱਚੀ ਹੈ, ਬਹੁਤ ਉੱਚੀ ਹੈ ਜੀ, ਬਹੁਤ ਉੱਚਾ ਹੈ ਉਹ ਠੰਡਾ ਬੁਰਜ।
और ये बुरज स्पैशल वजीर खान ने अपने वास्ते बनाया सी। इहदे थल्लियों दी दो पानी वाले सूए लंघदे सी। मैं बेनती करा, इतिहास कहंदा है जून ते जुलाई महीने विच रात नूं इस ठंडे बुरज दे विच ठंड लगदी सी, जिस ठंडे बुरज दे विच माता गुजर कौर ते साहिबजादियां नूं पोह दीयां रातां कट्टणियां पईयां। पोह दीयां रातां सोचो, जिस बुरज विच जेठ हाड़ विच रात नूं ठंड लगदी ए ते भागां वालिओ पोह दीयां रातां वेले ओ बुरज किन्ना ठंडा होवेगा। किते महसूस करके वेखो, खुला डुला उत्तों बुरज है, चारे पासों हवावां आ रहीआं, कहरां दी ठंड है, कड़ाके दी ठंड है। मैं कहना जे उस ठंडे बुरज दी ठंड नूं महसूस करना इन्हां भागां वालिओ, अज जदों अपने अपने घरां दे विच जावोगे ना ते साडे घरां दीयां छत्तां केवल 11-11 12-12 फुट ने। किते 5 मिनट छत ते खलो के वेखियो नंगे पैरी की हाल हुंदा है साडा। ते मैं कहना 11-11 12-12 फुट दीयां छत्तां ते इन्नी ठंड है, ते ओ बुरज जिहदी उचाई लगभग 120-25 फुट दसी जांदी है। मैं कहना ओ बुरज किन्ना ठंडा होवेगा, किन्ना ठंडा होवेगा। उस ठंडे बुरज दे विच माता गुजर कौर ते साहिबजादियां नूं कैद कीता गया। ते वजीर खां नाल ही बाबे मोती राम नूं इह गल कहिंदा है। बाबा मोती राम वजीर खां दे कोल नौकरी करदा है। ते नौकरी कादी है? लांगरी दी नौकरी, ओदी लांगरी दी। ਜਿਹੜੇ ਉਹਦੀ ਜੇਲ੍ਹ ਦੇ ਵਿੱਚ ਨੇ ਉਹਨਾਂ ਨੂੰ ਮੰਜਾ ਬਿਸਤਰਾ ਦੇਣਾ, ਉਹਨਾਂ ਨੂੰ ਪ੍ਰਸ਼ਾਦਾ ਪਾਣੀ ਦੇਣਾ। ਪਰੀ ਨਿਸ਼ਾ ਇੱਕ ਮੋਤੀ ਰਾਮ, 3 कैदियन को रोटी काम। ਉਹਦਾ ਕੰਮ ਹੈ ਕੈਦੀਆਂ ਨੂੰ ਰੋਟੀ ਪਾਣੀ ਦੇਣਾ, ਉਹਨਾਂ ਨੂੰ ਮੰਜਾ ਬਿਸਤਰਾ ਦੇਣਾ। ਹੁਣ ਸਾਧ ਸੰਗਤ ਧਿਆਨ ਦੇਣਾ, ਜਦੋਂ ਠੰਡੇ ਬੁਰਜ ਵਿੱਚ ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦਿਆਂ ਨੂੰ ਕੈਦ ਕਰ ਦਿੱਤਾ ਗਿਆ, ਤੇ ਮੈਂ ਬੇਨਤੀ ਕਰਾਂ ਵਜ਼ੀਰ ਖਾਨ ਨੇ ਮੋਤੀ ਰਾਮ ਮਹਿਰੇ ਨੂੰ ਸੱਦਿਆ ਤੇ ਨਾਲ ਇਹ ਗੱਲ ਕਹੀ ਕਿ ਨਾ ਤੇ ਉਹਨਾਂ ਨੂੰ ਕੋਈ ਗਰਮ ਬਿਸਤਰਾ ਦੇਣਾ ਏ, ਨਾ ਛਕਣ ਵਾਸਤੇ ਪ੍ਰਸ਼ਾਦਾ ਦੇਣਾ ਏ, ਤੇ ਨਾ ਪੀਣ ਵਾਸਤੇ ਕੋਈ ਗਰਮ ਪਦਾਰਥ ਦੇਣਾ ਏ। ਜੇ ਹੁਕਮ ਦੀ ਅਦੂਲੀ ਕੀਤੀ ਤੇ ਇੱਕ ਗੱਲ ਚੇਤੇ ਰੱਖੀ, ਤੇਰਾ ਸਾਰਾ ਪਰਿਵਾਰ ਅਸੀਂ ਕੋਲੂ ਦੇ ਵਿੱਚ ਪੀੜ ਦੇਵਾਂਗੇ। ਸਾਰਾ ਪਰਿਵਾਰ ਤੇਰਾ ਕੋਲੂ ਚ ਪੀੜ ਦੇਵਾਂਗੇ। ਧੰਨ ਮੋਤੀ ਜਿਨ ਪੁੰਨ ਕਮਾਇਆ, ਲਾਲਾਂ ਤਾਈ ਦੁੱਧ ਪਿਆਇਆ। मैं बेनती करा जी, उन्हें परवाह नहीं की, उन्हें परवाह नहीं की, उन्हें परवाह नहीं की। मैं कहना दुनिया दा सब तो महंगा दुध ਉਹ ਦੁੱਧ ਹੈ ਜਿਹੜਾ ਦੁੱਧ ਬਾਬੇ ਮੋਤੀ ਰਾਮ ਮਹਿਰੇ ਨੇ ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦਿਆਂ ਨੂੰ ਪਿਆਇਆ। ਸੱਚ ਜਾਣਿਓ ਭਾਗਾਂ ਵਾਲਿਓ, ਇਦੋਂ ਮਹਿੰਗਾ ਦੁੱਧ ਦੁਨੀਆ ਦੇ ਵਿੱਚ ਹੋਰ ਕੋਈ ਨਹੀਂ। ਉਸ ਦੁੱਧ ਦੀ ਕੀਮਤ ਕੀ ਦੇਣੀ ਪਈ? ਸਾਰਾ ਪਰਿਵਾਰ ਕੋਲੂ ਵਿੱਚ ਪੀੜ ਦਿੱਤਾ ਗਿਆ। ਸਾਰਾ ਪਰਿਵਾਰ ਕੋਲੂ ਵਿੱਚ ਪੀੜ ਦਿੱਤਾ ਗਿਆ। ਸਾਧ ਸੰਗਤ, ਪਤਾ ਹੈ ਮੇਰੇ ਨਾਲ ਇਹ ਕੁਝ ਹੋਣਾ ਹੈ, ਮੈਂ ਦੁੱਧ ਪਿਆ ਰਿਹਾ, ਪਤਾ ਹੈ ਮੇਰੇ ਨਾਲ ਇਹ ਕੁਝ ਹੋਣਾ ਹੈ, ਪਰ ਪਰਵਾਹ ਨਹੀਂ ਕੀਤੀ। ਜਿਸ ਪਿਆਰੇ ਸਿਓ ਨੇ ਤਿਸ ਆਗੇ ਮਰ ਚੱਲੀਏ। ਹੁਣ ਧਿਆਨ ਦੇਣਾ ਜੀ, ਮਾਤਾ ਗੁਜਰ ਕੌਰ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਦੇ ਵਿੱਚ ਕੈਦ ਕੀਤਾ ਗਿਆ। ਕਹਿਰਾਂ ਦੀ ਠੰਡ ਹੈ, ਕੜਾਕੇ ਦੀ ਠੰਡ ਹੈ। ਅੱਜ 3 ਦਿਨ ਹੋ ਗਏ ਨੇ, ਨਾ ਮਾਤਾ ਗੁਜਰ ਕੌਰ ਨੇ ਕੁਝ ਖਾਦਾ, ਨਾ ਸਾਹਿਬਜ਼ਾਦਿਆਂ ਨੇ ਖਾਦਾ। ਤਨ ਦੇ ਕੱਪੜੇ ਵੀ ਪਤਲੇ ਨੇ। ਮੈਂ ਬੇਨਤੀ ਕਰਾਂ, ਕਹਿਰਾਂ ਦੀ ਠੰਡ ਹੈ ਉਸ ਬੁਰਜ ਦੇ ਵਿੱਚ। ਰਾਤ ਹੋਈ ਹੈ, ਕਹਿਰਾਂ ਦੀ ਠੰਡ, ਹਵਾਵਾਂ ਉਸ ਠੰਡੇ ਬੁਰਜ ਨੂੰ ਜਿਹੜੀਆਂ ਨੇ ਉਹ ਆ ਕੇ ਘੇਰਾ ਪਾ ਰਹੀਆਂ ਨੇ, ਉਸ ਬੁਰਜ ਨੂੰ ਹੋਰ ਠੰਡਾ ਕਰ ਰਹੀਆਂ ਨੇ। ਬਹੁਤ ਜ਼ਿਆਦਾ ਠੰਡ। ਮਾਤਾ ਗੁਜਰ ਕੌਰ ਜੀ ਏਦਾਂ ਚੌਂਕੜਾ ਮਾਰ ਕੇ ਬਹਿ ਗਏ। ਸਾਹਿਬਜ਼ਾਦਿਆਂ ਨੂੰ ਗੋਦੀ ਦੇ ਵਿੱਚ ਬਿਠਾ ਲਿਆ। ਤੇ ਮੈਂ ਬੇਨਤੀ ਕਰਾਂ, ਮਰਿੰਡੇ ਥਾਣੇ 'ਚ ਜਿਹੜੀ ਰਾਤ ਕੱਟੀ ਸੀ, ਮਾਤਾ ਗੁਜਰ ਕੌਰ ਜੀ ਸਾਰੀ ਰਾਤ ਚੌਂਕੜਾ ਮਾਰ ਕੇ ਪੋਤਰਿਆਂ ਨੂੰ ਨਿੱਘ ਦਿੰਦੇ ਰਹੇ। ਪੋਤਰੇ ਸੁੱਤੇ ਨੇ, ਪਰ ਮਾਤਾ ਗੁਜਰ ਕੌਰ ਨਹੀਂ ਸੁੱਤੀ। ਅੱਜ ਪਹਿਲਾ ਦਿਨ ਹੈ ਠੰਡੇ ਬੁਰਜ ਦੇ ਵਿੱਚ। ਮਾਤਾ ਗੁਜਰ ਕੌਰ ਜੀ ਚੌਂਕੜਾ ਮਾਰ ਕੇ ਬਹਿ ਗਏ। ਦੋਵੇਂ ਲਾਲਾਂ ਨੂੰ ਗੋਦੀ ਦੇ ਵਿੱਚ ਬਿਠਾਇਆ। ਤੇ ਮੈਂ ਬੇਨਤੀ ਕਰਾਂ, ਲਾਲ ਸੌਂ ਗਏ ਨੇ, ਪਰ ਮਾਤਾ ਗੁਜਰ ਕੌਰ ਸਾਰੀ ਰਾਤ ਨਹੀਂ ਸੁੱਤੇ। ਕਹਿਰਾਂ ਦੀ ਠੰਡ ਹੈ, ਏਦਾਂ ਹੱਥ ਮਲ ਮਲ ਕੇ ਮਾਤਾ ਗੁਜਰ ਕੌਰ ਆਪਣੇ ਲਾਲਾਂ ਨੂੰ ਨਿੱਘ ਦਿੰਦੀ ਪਈ ਹੈ, ਆਪਣੇ ਜਿਗਰ ਦੇ ਟੋਟਿਆਂ ਨੂੰ ਨਿੱਘ ਦਿੰਦੀ ਪਈ ਹੈ। ਸਵੇਰ ਹੋਈ,
जदों सवेर होई अपने पोतरिਆਂ ਨੂੰ उठा लिया, रब दी भगती कीती। मैं कहना भावें दुखां दा पहाड़ टुट जावे, ना सवेरे रब दी भगती छड्डिओ, ना शाम नूं रब दी भगती छड्डिओ। जिड्डा मर्जी वड्डा दुख आ जावे, उस दुख दी तुसी परवाह नहीं करोगे, उस दुख दी तुसी परवाह नहीं करोगे। वो दुख सानू दुखी नहीं करेगा जे दुख दे विच भी उस अकाल पुरख दा ओट आसरा लवांगे, जे रब दी परमात्मा दी भगती करांगे। ते मैं बेनती करां, पुत्तरां नूं उठा लिया, रब दी भगती कीती। माता गुजरी नूं पता है अज मेरे पोतरिਆਂ दी पहली पेशी है, ते माता गुजर कौर साहबजादिਆਂ नूं पता की कहंदी? माता गुजर कौर साहबजादिਆਂ नूं पता की कहंदी? लाल जी तुहानू पता है तुसी उस गुरु गोबिंद सिंह शेर दे बच्चे हो, तुसी उस गुरु गोबिंद सिंह शेर दे बच्चे हो जिन्हें अज तक जालमां दी ईण नहीं मन्नी, जिन्हें धर्म दी आण ते शान दे बदले अपना सारा कुछ दाऽ ते लगा दिता। इत्थों तक अपने पिता नू शहीद होना भी मंजूर कर लिया। ते वेखियो किते वजीदे दी कचहरी च जाके ओदे लालच ओदे डरावे देख के कमजोर ना पै जाओ, किते गुरु गोबिंद सिंह दे नाम नू दाग ना ला दिओ, किते गुरु गोबिंद सिंह दे नाम नू दाग ना ला दिओ। दादी मां तुसी परवाह ना करो। सिपाही आए ने, साहबजादिਆਂ ਨੂੰ ਲੈ ਕੇ जा रहे ने, ਵੱਡਾ दरवाजा बंद कर दिता, बारी खुली है। ਇਹ ਚਾਲ ਸੀ ਸੁੱਚਾ ਨੰਦ ਦੀ, ਵਜ਼ੀਰ ਖਾਨ ਦੀ। ਜਿਉਂ ਹੀ ਸਾਹਿਬਜ਼ਾਦੇ ਅੰਦਰ ਸਿਰ ਝੁਕਾ ਕੇ ਆਉਣਗੇ, ਤਾੜੀਆਂ ਮਾਰ ਦਵਾਂਗੇ। ਗੁਰੂ ਗੋਬਿੰਦ ਸਿੰਘ ਦੇ ਬੱਚੇ ਝੁਕ ਗਏ, ਗੁਰੂ ਗੋਬਿੰਦ ਸਿੰਘ ਦੇ ਬੱਚੇ ਵਜ਼ੀਰ ਖਾਨ ਦੇ ਅੱਗੇ ਝੁਕ ਗਏ। ਮੈਂ ਬੇਨਤੀ ਕਰਾਂ ਸਾਧ ਸੰਗਤ, ਉਹ ਗੁਰੂ ਗੋਬਿੰਦ ਸਿੰਘ ਦੇ ਪੁੱਤ ਨੇ, ਉਮਰ ਕਰਕੇ ਭਾਵੇਂ ਛੋਟੇ ਨੇ ਪਰ ਸਿਆਣਪ ਕਰਕੇ ਬਹੁਤ ਵੱਡੇ ਨੇ, ਬਹੁਤ ਵੱਡੇ ਨੇ। ਔਰ ਇੱਕ ਬੇਨਤੀ ਕਰਾਂ ਜੀ, ਆਪਾਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮਨਾਉਣੇ ਨੇ, ਸਾਹਿਬਜ਼ਾਦਿਆਂ ਦੇ ਬਾਲ ਦਿਵਸ ਨਹੀਂ ਮਨਾਉਣੇ। ਅੱਜ ਏਜੰਸੀਆਂ ਦਾ ਜ਼ੋਰ ਲੱਗਾ ਪਿਆ ਹੈ, ਏਜੰਸੀਆਂ ਦਾ, ਭਾਰਤ ਦੀਆਂ ਏਜੰਸੀਆਂ ਦਾ ਅੱਜ ਜ਼ੋਰ ਲੱਗਾ ਪਿਆ ਏ ਕਿ ਇਹਨਾਂ ਸ਼ਹੀਦੀ ਦਿਹਾੜਿਆਂ ਨੂੰ ਬਾਲ ਦਿਵਸ ਦੇ ਵਿੱਚ ਬਦਲ ਦਿਓ, ਬਾਲ ਦਿਵਸ ਦੇ ਵਿੱਚ। ਸਾਹਿਬਜ਼ਾਦੇ ਬਾਲ ਨਹੀਂ, ਸਾਹਿਬਜ਼ਾਦੇ ਬਾਲਕ ਨਹੀਂ, ਸਾਹਿਬਜ਼ਾਦੇ ਬੱਚੇ ਨਹੀਂ, ਸਾਹਿਬਜ਼ਾਦੇ ਬਾਬੇ ਨੇ, ਬਾਬੇ। ਔਰ ਜਦੋਂ ਅਸੀਂ ਨਾਮ ਲੈਨੇ ਆ ਨਾ ਸਾਹਿਬਜ਼ਾਦਿਆਂ ਦਾ, ਅਸੀਂ ਸਤਿਕਾਰ ਨਾਲ ਕਹਿੰਦੇ ਆ, ਬਾਬਾ ਅਜੀਤ ਸਿੰਘ ਸਾਹਿਬ, बाबा जुझार सिंह जी, बाबा जोरावर सिंह जी, बाबा फतेह सिंह जी। उम्र करके छोटे ने, सियाणप करके बड़े वड्डे ने। वेखिया बाबा जोरावर सिंह ने, छोटी बारी खुली, वड्डा दरवाजा बंद। दुश्मन दी कोई चाल है ते अपने वीर नूं कहा, जिद्दां मैं अंदर जावांगा वीरा, उदां ही तू मेरे नाल अंदर आउणा, उदां ही आउणा। ते मैं बेनती करां साध संगत, बाबा जोरावर सिंह अंदर गए ने, पहला सिर अंदर नहीं कीता। बाबा जोरावर सिंह ने पहला अपना पैर अंदर कीता। वजीर खान नूं अपनी जुत्ती दे दर्शन कराए, वजीर खान नूं अपनी जुत्ती दे, और दस दिता, वजीर खान तेरी औकात जेड़ी है ये साडी जुत्ती दे बराबर है, साडी जुत्ती दे बराबर है। तू तख्तां दा मालक होवेगा पर आ जेड़ा तख्त है ये साडी जुत्ती दे बराबर है, जुत्ती दे बराबर। जदों बाबा जोरावर सिंह, बाबा फतेह सिंह अंदर गए, गज के फतेह बुलाई, वाहिगुरु जी का खालसा वाहिगुरु जी की फतेह। सुच्चा नंद कहंदा, ये तुहाडे प्यो दा दरबार नहीं, ये वजीर खान दी कचहरी है, इत्थे तुहाडी फतेह नहीं चलनी। झुक के सलाम करो, वजीर खान नूं झुक के सलाम। पर वो साहबजादे सी, वो अज वर्गे सिख नहीं सी जिथे मर्जी झुक जाण। वो अज वर्गे सिख नहीं सी चार छिल्लड़ां दी खातर अपनी जमीर वेच देण। साहबजादे कहंदे, सुच्चा नंद असी गुरु गोबिंद सिंह दे पोते हां, गुरु गोबिंद सिंह दे पुत, ते सानू साडे बापू ने एक रब अगे झुकना सिखाया, एक परमात्मा अगे झुकना सिखाया। असी किसे दुनियावी बादशाह दा डर पै नहीं खांदे, असी किसे दुनियावी बादशाह दे अगे अपना सिर नहीं झुकाउणा। ए भूपत सब दिवस चार को झूठे करत दिवाजा, बादशाह शाबा पारी मरना, जो दिसै सो काले खरना। भारी भुजान के भूप भली बिद न्यावत, शीश न जात बिचारे, एते भय तो कहां पे भूपत, अंत को नांगे ही पाए पधारे। वजीर खान ने लालच दिते जी, जदों साहबजादियां ने
ਉਹ ਲਾਲਚ ਕਬੂਲ ਨਾ ਕੀਤੇ, ਸਾਹਿਬਜ਼ਾਦੇ ਨਾ ਮੰਨੇ। ਤੇ ਮੈਂ ਬੇਨਤੀ ਕਰਾਂ, ਵਜ਼ੀਰ ਖਾਨ ਨੇ ਫਿਰ ਸਾਹਿਬਜ਼ਾਦਿਆਂ ਨੂੰ ਤਸੀਹੇ ਦਿੱਤੇ, ਤਸੀਹੇ। ਔਰ ਮੈਂ ਬੇਨਤੀ ਕਰਾਂ ਸਾਧ ਸੰਗਤ, ਮੇਰੇ ਕੋਲੋਂ ਉਹ ਤਸੀਹੇ ਬਿਆਨ ਨਹੀਂ ਹੋਣੇ ਇੱਥੇ ਜਿਹੜੇ ਤਸੀਹੇ ਵਜ਼ੀਰ ਖਾਨ ਨੇ ਸਾਹਿਬਜ਼ਾਦਿਆਂ ਨੂੰ ਦਿੱਤੇ। ਮੈਂ ਕਹਿੰਦਾ ਉਹ ਤਸੀਹੇ ਜੇ ਤੁਸੀਂ ਪੜ੍ਹਨੇ ਹੋਣ ਤੇ ਦੂਨਾ ਸਿੰਘ ਹੰਡੂਰੀਏ ਦੀ ਕਿਤਾਬ ਪੜ੍ਹ ਲਿਓ, ਕਥਾ ਗੁਰਸੁੱਤਨ। ਉਹ ਕਹਿੰਦਾ ਸਾਹਿਬਜ਼ਾਦਿਆਂ ਨੂੰ ਨਾ, ਸਾਹਿਬਜ਼ਾਦਿਆਂ ਨੂੰ ਰੁੱਖਾਂ ਨਾਲ ਬੰਨ ਕੇ ਕਹਿੰਦਾ ਗਲੇਲਾਂ ਮਾਰੀਆਂ ਗਈਆਂ, ਗਲੇਲਾਂ। ਜਦੋਂ ਗਲੇਲਾਂ ਮਾਰੀਆਂ ਗਈਆਂ, ਕਹਿੰਦੇ ਗਲੇਲ ਉਹ ਬਾਬਾ ਫਤਿਹ ਸਿੰਘ ਦੀ ਅੱਖ ਤੇ ਨਿਸ਼ਾਨਾ ਲੱਗਾ। ਜਦੋਂ ਅੱਖ ਤੇ ਨਿਸ਼ਾਨਾ ਲੱਗਾ, ਲਹੂ ਵਗਣ ਲੱਗ ਪਿਆ। ਪੁੱਛਦੇ ਨੇ ਹੁਣ ਮੁਸਲਮਾਨ ਬਣੋਗੇ? ਬਾਬਾ ਫਤਿਹ ਸਿੰਘ, ਬਾਬਾ ਜੋਰਾਵਰ ਸਿੰਘ ਕਹਿੰਦੇ ਨਹੀਂ ਬਣਾਂਗੇ। ਇੱਥੋਂ ਤੱਕ ਰੂਹ ਕੰਬਦੀ ਏ ਭਾਗਾਂ ਵਾਲਿਓ, ਉਹ ਗੱਲਾਂ ਦੱਸਣ ਤੇ ਰੂਹ ਕੰਬਦੀ ਏ। ਇੱਥੋਂ ਤੱਕ ਜਿਹੜਾ ਉਹ ਦੂਨਾ ਸਿੰਘ ਹੰਡੂਰੀਆ ਕਹਿੰਦਾ ਕੱਲੇ ਕਸ਼ਹਿਰੇ ਨੇ ਸਾਹਿਬਜ਼ਾਦਿਆਂ ਦੇ ਤੇੜ, ਕੋਰੜੇ ਮਾਰੇ ਗਏ, ਕੋਰੜੇ ਸਾਹਿਬਜ਼ਾਦਿਆਂ ਨੂੰ, ਕੋਰੜੇ। ਕੜਾਕੇ ਦੀ ਠੰਡ ਭਾਗਾਂ ਵਾਲਿਓ, ਕੜਾਕੇ ਦੀ ਠੰਡ। ਮੈਂ ਕਹਿੰਦਾ ਆ ਜਿਹੜੀ ਠੰਡ ਹੈ ਨਾ, ਕਿਤੇ ਤੁਰੇ ਜਾਂਦੇ ਆ ਠੇਡਾ ਲੱਗ ਜਾਵੇ, ਧਾਹਾਂ ਨਿਕਲ ਜਾਂਦੀਆਂ। ਕਿਤੇ ਆ ਕੂਣੀ ਕਿਤੇ ਵੱਜ ਜਾਵੇ, ਧਾਹਾਂ ਨਿਕਲ ਜਾਂਦੀਆਂ। ਔਰ ਠੰਡ ਦੇ ਵਿੱਚ ਭਾਗਾਂ ਵਾਲਿਓ, ਇਹ ਜਿਹੜਾ ਜ਼ਖਮ ਹੈ ਇਹ ਹੋਰ ਦੁੱਖ ਦਿੰਦਾ ਏ, ਹੋਰ ਪੀੜਾ ਦਿੰਦਾ ਏ। ਤੇ ਕਿਤੇ ਸੋਚੋ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਨ ਦੁਨੀਆ ਦੇ ਪਾਤਸ਼ਾਹ, ਜਿਹਦੇ ਬਾਰੇ ਹਕੀਮ ਜੋਗੀ ਅੱਲਾ ਯਾਰ ਖਾਂ ਕਹਿੰਦਾ, ਇਨਸਾਫ करे जी में जमाना तो यकीन है, कह दो कि गोविंद सिंह का सानी ही नहीं है। जे प्यार मरीदों से, जे शफकत भी कहीं है, भक्ति में गुरु अर्श संसार जमी है। उल्फत के जे जज्बे कहीं देखे नहीं हमने, है देखना दूर की बात कभी सुने नहीं हमने। करतार की सौगंध है, बा नानक की कसम है, जितनी तारीफ हो गुरु गोबिंद सिंह की उतनी ही कम है। हर चंद मेरे हाथ में पर जोर की कलम है, सतगुर के लिखूं वसफ कहां ताबे रकम है। एक आंख से क्या बुलबुला कुल बहर को देखे, साहिल को मंझ धार को ਜਾਂ ਲਹਿਰ ਕੋ ਦੇਖੇ। ਜੋਗੀ ਅੱਲਾ ਯਾਰ ਖਾਂ ਕਹਿੰਦਾ, ਉਹ ਦੁਨੀਆ ਦੇ ਲੋਕੋ, ਮੈਂ ਭਾਵੇਂ ਇੱਕ ਮੁਸਲਮਾਨ ਆ, ਮੈਂ ਇਹ ਗੱਲ ਕਹਿਣੀ ਚਾਹੁੰਦਾ, ਨਾ ਤੇ ਗੁਰੂ ਗੋਬਿੰਦ ਸਿੰਘ ਵਰਗਾ ਇਸ ਦੁਨੀਆ ਤੇ ਕੋਈ ਆਇਆ ਏ, ਤੇ ਨਾ ਰਹਿੰਦੀ ਦੁਨੀਆ ਤੱਕ ਕੋਈ ਗੁਰੂ ਗੋਬਿੰਦ ਸਿੰਘ ਵਰਗਾ ਇਸ ਸੰਸਾਰ ਤੇ ਆਉਣਾ ਹੈ, ਇਸ ਸੰਸਾਰ ਤੇ ਆਉਣਾ ਹੈ। ਔਰ ਇੱਕ ਮੁਸਲਮਾਨ ਦੇ ਬੋਲ ਨੇ, ਮੁਸਲਮਾਨ ਦੇ। ਵੇਖੋ ਭਾਗਾਂ ਵਾਲਿਓ, ਅਕਸਰ ਮੈਂ ਇੱਕ ਬੇਨਤੀ ਕਰਦਾ ਹੁੰਨਾ, ਜਿਉਂਦੇ ਜੀ ਇਹ ਮਾਣ ਨਾ ਕਰੀਏ ਮੇਰੇ ਕੋਲ ਬਹੁਤ ਵੱਡੀ ਕੋਠੀ ਏ, ਜਿਉਂਦੇ ਜੀ ਇਹ ਮਾਣ ਨਾ ਕਰੀਏ ਮੇਰੇ ਕੋਲ ਬਹੁਤ ਪੈਸਾ ਏ, ਜਿਉਂਦੇ ਜੀ ਇਹ ਮਾਣ ਨਾ ਕਰੀਏ ਮੇਰੇ ਕੋਲ ਬਹੁਤ ਵੱਡੀ ਗੱਡੀ ਏ, ਜਿਉਂਦੇ ਜੀ ਇਹ ਮਾਣ ਨਾ ਕਰੀਏ ਮੇਰੇ ਕੋਲ ਬਹੁਤ ਜ਼ਮੀਨ ਜਾਇਦਾਦ ਹੈ, ਜਿਉਂਦੇ ਜੀ ਇਹ ਮਾਣ ਨਾ ਕਰੀਏ ਮੇਰੇ ਕੋਲ ਬਹੁਤ ਵੱਡੀ ਪਦਵੀ ਏ। ਮੈਂ ਕਹਿੰਦਾ ਜੇ ਜਿਉਂਦੇ ਜੀ ਮਾਣ ਕਰਨਾ ਏ, ਪ੍ਰਾਊਡ ਕਰਨਾ ਹੈ, ਤੇ ਇਸ ਗੱਲ ਦੇ ਉੱਤੇ ਮਾਣ ਕਰੋ ਕਿ ਸਾਨੂੰ ਗੁਰੂ ਗੋਬਿੰਦ ਸਿੰਘ ਵਰਗਾ ਗੁਰੂ ਮਿਲਿਆ ਹੈ, ਸਾਨੂੰ ਗੁਰੂ ਗੋਬਿੰਦ ਸਿੰਘ ਵਰਗਾ ਗੁਰੂ ਮਿਲਿਆ। ਇਸ ਗੱਲ ਤੇ ਮਾਣ ਕਰੋ, ਇਸ ਗੱਲ ਦੇ ਉੱਤੇ ਵੀ ਸਾਨੂੰ ਗੁਰੂ ਗੋਬਿੰਦ ਸਿੰਘ ਵਰਗਾ ਗੁਰੂ ਮਿਲਿਆ। ਹਰ ਸਮਾਂ ਗੁਰੂ ਗੋਬਿੰਦ ਸਿੰਘ ਦੀ ਯਾਦ ਵਿੱਚ ਬਤੀਤ ਕਰੋ, ਯਾਦ ਵਿੱਚ। ਫਿਰ ਵੇਖਿਓ ਭਾਗਾਂ ਵਾਲਿਓ, ਇਹ ਜ਼ਿੰਦਗੀ, ਇਹ ਜੀਵਨ ਕਿੱਦਾਂ ਖੁਸ਼ਹਾਲ ਬਣਦਾ ਏ, ਕਿੱਦਾਂ ਜਿਹੜੀ ਏ ਉਹ ਚੜ੍ਹਦੀ ਕਲਾ ਸਾਡੇ ਜੀਵਨ ਵਿੱਚ ਆਉਂਦੀ ਏ। ਤੇ ਉਹ ਕਲਗੀਆਂ ਵਾਲਾ ਬਾਪੂ, ਉਹਦੇ ਲਾਲਾਂ ਦੇ ਤੇੜ ਸ਼ਹਿਰੇ ਨੇ, ਤੇ ਕੋਰੜੇ ਜਿਹੜੇ ਉਹ ਮਾਰੇ ਜਾਂਦੇ ਨੇ। ਦੂਨਾ ਸਿੰਘ ਹੰਡੂਰੀਆ ਤੇ ਇੱਥੋਂ ਤੱਕ ਵੀ ਲਿਖਦਾ ਏ ਵੀ ਪਲੀਤੇ ਬੰਨ ਕੇ, ਛੋਟੇ ਛੋਟੇ ਬੰਬ ਪਲੀਤੇ ਬੰਨ ਕੇ ਅੱਗ ਲਾਈ ਗਈ, ਉਂਗਲਾਂ ਸਾੜ ਦਿੱਤੀਆਂ ਗਈਆਂ। ਏਡੇ ਭਿਆਨਕ ਤਸੀਹੇ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਨੂੰ ਦਿੱਤੇ ਗਏ, ਕਲਗੀਧਰ ਦੇ ਲਾਲਾਂ ਨੂੰ। ਸਾਹਿਬਜ਼ਾਦੇ ਵਾਪਸ ਗਏ। ਮਾਂ ਗੁਜਰ ਕੌਰ ਨੇ ਆਪਣੇ ਪੋਤਰਿਆਂ ਦੀ ਹਾਲਤ ਵੇਖੀ। ਆਪਾਂ ਸਾਰੇ ਧੀਆਂ ਪੁੱਤਰਾਂ ਵਾਲੇ ਆ ਜੀ, ਬੋਲ ਕੇ ਦੱਸੋ ਜੀ, ਬੋਲ ਕੇ। ਸਾਧ ਸੰਗਤ, ਮੈਂ ਤੁਹਾਡੇ ਮੂੰਹੋਂ ਸੁਣਨਾ, ਕਿਉਂ ਜੀ ਅਸੀਂ ਆਪਣੇ ਧੀਆਂ ਪੁੱਤਰਾਂ ਨੂੰ ਪਿਆਰ ਕਰਦੇ ਕਿ ਨਹੀਂ ਕਰਦੇ? ਕਰਦੇ ਆ ਨਾ ਜੀ ਪਿਆਰ। ਮਾੜੀ ਜੀ ਧੀਆਂ ਪੁੱਤਰਾਂ ਨੂੰ ਖਰੋਚ ਆ ਜਾਵੇ ਨਾ, ਮਾੜੀ ਜੀ ਧੀਆਂ ਪੁੱਤਰਾਂ ਨੂੰ ਖਰੋਚ ਆ ਜਾਵੇ, ਮਾਂ ਪਿਓ ਸੌਂਦਾ ਨਹੀਂ ਰਾਤ ਨੂੰ, ਨੀਂਦ ਨਹੀਂ ਆਉਂਦੀ ਮਾਂ ਪਿਓ ਨੂੰ। ਕਿਤੇ ਧੀ ਪੁੱਤ ਨੂੰ ਖਰੋਚ ਆ ਜਾਵੇ, ਮਾਫ ਕਰਨਾ ਜੀ, ਜਦੋਂ ਘਰ ਵਿੱਚ ਬੱਚਾ ਜੰਮਦਾ ਹੈ ਨਾ, ਤੇ ਜਦੋਂ ਹਸਪੀਟਲ 'ਚ ਉਹਨੂੰ
ਟੀਕੇ ਲੱਗਦੇ ਨੇ, ਤੇ ਜਿੱਦਣ ਮਾਂ ਪਹਿਲਾ ਟੀਕਾ ਆਪਣੇ ਪੁੱਤ ਨੂੰ ਲਵਾਉਣ ਜਾਂਦੀ ਹੈ ਨਾ, ਸੱਚ ਜਾਣਿਓ ਅਜੇ ਨਰਸ ਜਿਹੜੀ ਏ ਉਹ ਸਿਰਿੰਜ ਵਿੱਚ ਟੀਕਾ ਹੀ ਭਰ ਰਹੀ ਹੁੰਦੀ ਏ, ਮਾਂ ਰੋਣ ਲੱਗ ਪੈਂਦੀ ਏ, ਪਤਾ ਟੀਕਾ ਮੇਰੇ ਪੁੱਤ ਦੇ ਲੱਗਣਾ ਤੇ ਦਰਦ ਮੇਰੇ ਕਲੇਜੇ 'ਚ ਹੋਣੀ ਹੈ। ਤੇ ਜਿੰਨਾ ਸਾਹਿਬਜ਼ਾਦਿਆਂ ਨੂੰ ਸਾਰਾ ਦਿਨ ਤਸੀਹੇ ਦਿੱਤੇ, ਸਾਰਾ ਦਿਨ, ਤੇ ਜਦੋਂ ਵਾਪਸ ਉਸ ਠੰਡੇ ਬੁਰਜ ਦੇ ਵਿੱਚ ਲੈ ਕੇ ਗਏ ਹੋਣਗੇ, ਤੇ ਕਿਤੇ ਮਹਿਸੂਸ ਕਰੋ ਭਾਗਾਂ ਵਾਲਿਓ, ਕਿੱਦਾਂ ਮਾਂ ਗੁਜ਼ਰੀ ਨੇ ਆਪਣੇ ਹਿਰਦੇ ਨੂੰ ਥੰਮਿਆ ਹੋਵੇਗਾ, ਕਿੱਦਾਂ ਉਹਨੇ ਉਹ ਅੱਖਾਂ ਦੇ ਅਥਰੂਆਂ ਨੂੰ ਰੋਕਿਆ ਹੋਵੇਗਾ। ਤੇ ਮੈਂ ਕਹਿੰਦਾ ਵਾਕਿਆ ਹੀ ਇੱਥੇ ਉਹ ਵਿਦਵਾਨ ਦੇ ਬੋਲ ਸੱਚ ਹੁੰਦੇ ਨੇ, ਮੇਰਾ ਨਾਂ ਗੁਜ਼ਰੀ, ਮੇਰੀ ਅੱਲ ਗੁਜ਼ਰੀ, ਇਹੋ ਜਿਹੀ ਕਹਾਣੀ ਤੇ ਮੇਰੇ ਤੇ ਘੜੀ ਘੜੀ ਗੁਜ਼ਰੀ, ਪਲ ਪਲ ਗੁਜ਼ਰੀ। ਪਹਿਲਾਂ ਮੈਂ ਪਤੀ ਦਿੱਤਾ, ਅੱਜ ਮੈਂ ਪੋਤੇ ਦਿੱਤੇ, ਹੁਣ ਆ ਮੌਤ ਮੈਨੂੰ ਕਹਿੰਦੀ ਚੱਲ ਗੁਜ਼ਰੀ ਗੁਜ਼ਰੀ। ਲੋਕ ਮੈਨੂੰ ਤਾਈਓ ਆਖਦੇ ਨੇ, ਜਿਹੜੀ ਆਈ ਉਹ ਮੈਂ ਸਿਰ ਤੇ ਚੱਲ ਗੁਜ਼ਰੀ, ਜਿਹੜੀ ਆਈ ਉਹ ਮੈਂ ਸਿਰ ਤੇ ਚੱਲ ਗੁਜ਼ਰੀ। ਮਾਤਾ ਗੁਜ਼ਰੀ ਦੇ ਨਾਲ ਸੀ ਹੋਈ ਜਿੱਦਾਂ, ਮਾਤਾ ਗੁਜ਼ਰੀ ਦੇ ਨਾਲ ਸੀ ਹੋਈ ਜਿੱਦਾਂ, ਕਿਸੇ ਨਾਲ ਨਹੀਂ ਹੋਈ ਤੇ ਨਾ ਹੋਣੀ, ਖੇਡਾਂ ਖੇਡੀਆਂ ਹੋਣੀ ਨਾਲ ਉਮਰ ਸਾਰੀ, ਸਿਰ ਤੇ ਗੁਜ਼ਰੀ ਤੇ ਗੁਜ਼ਰੀ ਸੀ ਤਾਂ ਹੋਣੀ। ਜਿਹੋ ਜਈ ਸੀ ਪਿਤਾ ਦਸ਼ਮੇਸ਼ ਜੀ ਤੇ, ਇਹੋ ਜਈ ਨਹੀਂ ਕਿਸੇ ਤੇ ਛਾਂ ਹੋਣੀ। ਉਹ ਗੋਬਿੰਦ ਜਿਹਾ ਨਹੀਂ ਕਿਸੇ ਦਾ ਪੁੱਤ ਹੋਣਾ, ਤੇ ਗੁਜ਼ਰੀ ਜਈ ਨਹੀਂ ਕਿਸੇ ਦੀ ਮਾਂ ਹੋਣੀ। ਗੋਬਿੰਦ ਜਿਹਾ ਨਹੀਂ ਕਿਸੇ ਦਾ ਪੁੱਤ ਹੋਣਾ, ਤੇ ਗੁਜ਼ਰੀ ਜਈ ਨਹੀਂ ਕਿਸੇ ਦੀ ਮਾਂ ਹੋਣੀ। ਭਾਗਾਂ ਵਾਲਿਓ, ਦੂਜੀ ਰਾਤ ਠੰਡੇ ਬੁਰਜ ਦੇ ਵਿੱਚ ਮੈਂ ਬੇਨਤੀ ਕਰਾਂ, ਬੜੇ ਤਸੀਹੇ ਸਾਹਿਬਜ਼ਾਦਿਆਂ ਨੂੰ ਦਿੱਤੇ ਗਏ। ਠੰਡ 'ਚ ਸਰੀਰ ਤੇ ਕੋਈ ਜ਼ਖਮ ਹੋਇਆ ਹੋਵੇ ਤੇ ਮਾਫ ਕਰਨਾ ਜੀ, ਉਹ ਜ਼ਖਮ ਬੜੀ ਤਕਲੀਫ ਦਿੰਦਾ ਹੈ ਜੀ, ਬੜੀ ਤਕਲੀਫ ਦਿੰਦਾ ਹੈ। ਆਮ ਨਾ ਆਮ ਆਪਾਂ ਸਾਰੇ ਕਿਰਸਾਨੀ ਕਿੱਤੇ ਨਾਲ ਸੰਬੰਧ ਰੱਖਦੇ ਆ। ਅਸੀਂ ਵੀ ਜਦੋਂ ਖੇਤੀ ਕਰਦੇ ਸੀ, ਮੈਂ ਬੇਨਤੀ ਕਰਾਂ, ਆਮ ਇਹਨਾਂ ਦਿਨਾਂ ਦੇ ਵਿੱਚ ਸਾਡੀਆਂ ਨਹੁੰਆਂ ਦੇ ਵਿੱਚ ਕੋਰ ਭਰ ਜਾਂਦੀ ਸੀ ਜੀ। ਕੋਰ ਹੋ ਸਕਦਾ ਸਾਡੇ ਮਾਝੇ ਵੱਲ ਕੋਰ ਕਹਿੰਦੇ, ਇੱਧਰ ਕੋਈ ਹੋਰ ਸ਼ਬਦ ਬੋਲਦੇ ਹੋਣ। ਕੋਰ ਭਰ ਜਾਂਦੀ ਸੀ ਜੀ ਨਹੁੰਆਂ ਦੇ ਵਿੱਚ। ਤੇ ਮਾਫ ਕਰਨਾ ਜੀ, ਉਹ ਕੋਰ ਬੜਾ ਤੰਗ ਕਰਦੀ ਸੀ, ਉਹ ਕੋਰ ਬੜਾ ਤੰਗ ਕਰਦੀ ਸੀ, ਤੁਰਿਆ ਨਹੀਂ ਸੀ ਜਾਂਦਾ, ਜੁੱਤੀ ਨਹੀਂ ਸੀ ਪੈਂਦੀ। ਤੇ ਮੈਂ ਕਹਿੰਦਾ ਠੰਡ 'ਚ ਇੱਕ ਕੋਰ ਭਰ ਜਾਵੇ, ਉਹ ਇੰਨੀ ਤੰਗ ਕਰਦੀ ਏ। ਤੇ ਜਿੰਨਾ ਸਾਹਿਬਜ਼ਾਦਿਆਂ ਨੂੰ ਸਾਰਾ ਦਿਨ ਤਸੀਹੇ ਦਿੱਤੇ ਗਏ, ਸੋਚੋ ਕੀ ਹਾਲਤ ਹੋਵੇਗੀ ਉਹਨਾਂ ਦੀ, ਕੀ ਹਾਲਤ ਹੋਵੇਗੀ ਜੀ। ਕਰਜ਼ਾ ਲਾ ਸਕਦੇ ਆ ਗੁਰੂ ਗੋਬਿੰਦ ਸਿੰਘ ਦਾ ਜੀ? ਕਿਉਂ ਬੋਲ ਕੇ ਦੱਸੋ ਭਾਗਾਂ ਵਾਲਿਓ, ਲਾ ਸਕਦੇ ਆ ਕਰਜ਼ਾ? ਨਹੀਂ ਲਾ ਸਕਦੇ। ਦੇਣਾ ਦੇ ਸਕਦੇ ਆ ਸਾਹਿਬਜ਼ਾਦਿਆਂ ਦਾ? ਨਹੀਂ ਦੇ ਸਕਦੇ। ਦੇਣਾ ਦੇ ਸਕਦੇ ਆ ਮਾਤਾ ਗੁਜਰ ਕੌਰ ਦਾ? ਨਹੀਂ ਦੇ ਸਕਦੇ। ਤੇ ਮੈਂ ਬੇਨਤੀ ਕਰਾਂ, ਜੇ ਪਿਆਰ ਕਰਦੇ ਆ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ, ਜੇ ਦਿਲੋਂ ਪਿਆਰ ਕਰਦੇ ਹੋ ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦਿਆਂ ਨੂੰ, ਅੱਜ ਇੱਕ ਵਾਅਦਾ ਕਰਕੇ ਜਾਇਓ, ਬਾਪੂ ਅੱਜ ਤੋਂ ਪਹਿਲਾਂ ਥਾਂ ਥਾਂ ਤੇ ਸਿਰ ਝੁਕਾਇਆ, ਪਰ ਗੁਰੂ ਗੋਬਿੰਦ ਸਿੰਘ ਜੀ ਅੱਜ ਤੁਹਾਡੇ ਨਾਲ ਵਾਅਦਾ ਕਰਦੇ ਆ ਪਿਤਾ ਜੀ, ਆ ਸਿਰ ਝੁਕੇਗਾ ਤੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਝੁਕੇਗਾ, ਸਿਰ ਵੱਢਿਆ ਜਾਵੇਗਾ, ਪਰ ਗੁਰੂ ਗੋਬਿੰਦ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਇਹ ਸੀਸ ਕਿਸੇ ਅੱਗੇ ਨਹੀਂ ਝੁਕਾਵਾਂਗੇ। ਸਦ ਸੰਗਤ, ਦੂਸਰੀ ਰਾਤ ਮਾਤਾ ਗੁਜਰ ਕੌਰ ਫਿਰ ਬਹਿ ਕੇ ਕੱਟਦੇ ਨੇ। ਅੱਜ ਤੀਸਰੀ ਰਾਤ ਹੈ ਜੀ ਮਾਤਾ ਗੁਜਰ ਕੌਰ ਦੀ, ਤੀਸਰੀ ਰਾਤ। ਲਾਲਾ ਨੂੰ ਗੋਦੀ 'ਚ ਬਿਠਾ ਲਿਆ, ਕਹਿਰਾਂ ਦੀ ਠੰਡ ਹੈ ਤੇ ਭਿਆਨਕ ਤੋਂ ਭਿਆਨਕ ਤਸੀਹੇ ਦਿੱਤੇ ਗਏ। ਇੱਕ ਬੇਨਤੀ ਕਰਾਂ ਜੀ, ਇਹ ਹੁਕਮ ਕਿਹਦਾ ਸੀ? ਇਹ ਹੁਕਮ ਕਿਹਦਾ ਸੀ? ਵਜ਼ੀਰ ਖਾਨ ਦਾ ਹੁਕਮ ਸੀ ਨਾ, ਵਜ਼ੀਰ ਖਾਨ ਦਾ ਹੁਕਮ ਸੀ ਨਾ। ਹੁਣ ਧਿਆਨ ਦਿਓ, ਜਿਹੜਾ ਵਜ਼ੀਰ ਖਾਨ ਤਖਤ ਹਾਸਲ ਕਰਨ ਵਾਸਤੇ ਆਪਣੇ ਪਿਤਾ ਨੂੰ ਮਾਰ ਸਕਦਾ ਹੈ, ਆਪਣੀ ਮਾਂ ਨੂੰ ਮਾਰ ਸਕਦਾ ਹੈ, ਆਪਣੇ 3 ਭਰਾਵਾਂ ਨੂੰ ਕਤਲ ਕਰ ਸਕਦਾ ਹੈ, ਆਪਣੀਆਂ 2 ਸਗੀਆਂ ਭੈਣਾਂ ਨੂੰ ਕਤਲ ਕਰ ਸਕਦਾ ਹੈ, ਆਪਣੇ 4 ਪੁੱਤਰਾਂ ਨੂੰ ਕਤਲ ਕਰ ਸਕਦਾ ਹੈ, ਜਿਹੜਾ ਆਪਣਿਆਂ ਵਾਸਤੇ ਇੰਨਾ ਨਿਰਦਈ ਏ, ਉਹ ਦੂਜਿਆਂ ਵਾਸਤੇ ਕਿੰਨਾ ਨਿਰਦਈ ਹੋਵੇਗਾ। ਸਚਾਈ ਹੈ ਜੀ। ਮਾਂ ਪਿਓ ਮਾਰ ਦਿੱਤਾ ਉਹਨੇ, ਔਰੰਗਜ਼ੇਬ ਨੇ ਮਾਂ ਪਿਓ ਮਾਰ ਦਿੱਤਾ, ਦੋਵੇਂ ਭੈਣਾਂ ਖਤਮ ਕਰ ਦਿੱਤੀਆਂ, ਪੁੱਤ ਖਤਮ ਕਰ ਦਿੱਤੇ, ਭਰਾ ਖਤਮ ਕਰ ਦਿੱਤੇ। ਤੇ ਜਿਹੜਾ ਬਾਦਸ਼ਾਹ ਆਪਣਿਆਂ ਵਾਸਤੇ ਇੰਨਾ ਨਿਰਦਈ ਏ, ਉਹ ਦੂਜਿਆਂ ਵਾਸਤੇ ਕਿੰਨਾ ਨਿਰਦਈ ਹੋਵੇਗਾ।
सच लिखे दूना सिंह ढूरिया ने जो कुछ लिखे है। हुण साध संगत ध्यान देना, दूजी रात दादी ने ठंडे बुरज विच अज बह के कट्टी है। दादी सारी रात ऐदां हथ मल मल के कदी पोतरियां दे मूंह नूं लाउंदी है, हथ हिलदे ने हत्थां नूं लाउंदी है, पैरां नूं ठंड लगदी है पैरां नूं लाउंदी है। मैं बेनती करां, सारी रात माता गुजर कौर जी निग देंदे रहे। सवेर होई, पोतरियां नूं उठा लिया, रब दी भगती कीती, परमात्मा दी भगती कीती। एक बेनती करांगा, जदों समाप्ति करनी होवेगी ते मैनूं थोड़ा जिहा आण के इदां हिला दिओ जां मैनूं दस दिओ सामने हो के भी भाई साहब जी जत्था पहुंच चुका ते तुसीं समाप्ति कर दिओ। हुण सुरत नूं टका के रखिओ साध संगत। वेखो जी, जदों दूसरी वो सवेर चढ़ी ठंडे बुरज दे विच ते माता गुजर कौर ते साहिबजादियां नूं गुरु अर्जन देव सच्चे पातशाह महाराज दी शहीदी दा साका सुनाया, गुरु तेग बहादुर महाराज दी कुर्बानी बारे दसिया। ते साध संगत फिर अज परपक्क कीता, अडोल कीता भी पोतरिओ डोलिओ ना। जिद्दां कल तुसीं दृढ़ता दे नाल वजीर खान का मुकाबला किया, अज भी अडोलता दे नाल, दृढ़ता दे नाल, आत्मिक विश्वास दे नाल, चढ़दी कला दे नाल तुसीं वजीर खान का मुकाबला करना है। हुण ध्यान देना साध संगत, अज कचहरी विच दूजी पेशी है। वजीर खान ने फिर लालच दिते, साहिबजादे नहीं मन्ने। शेर मुहम्मद खान नूं कहा, तेरे भरा नूं मारिया गुरु गोबिंद सिंह ने, तेरे को मौका है इन्हां दे बच्चियां कोलों बदला ले ला। गुरु गोबिंद सिंह दे बच्चियां कोलों बदला ले ला। वो कहंदा बदला ही लेना है तो लेंगे हम बाप से, महफूज रखे खुदा हमें ऐसे पाप से। कहंदा जे मैं बदला लेना है मैं गुरु गोबिंद सिंह कोलों लवांगा, इन्हां दा कोई कसूर नहीं, ये बेकसूर ने, इन्हां नूं मैं कुछ नहीं कहना, इन्हां नूं मैं कुछ नहीं कहना। ते साध संगत साहिबजादियां नूं फिर तसीहे दिते जांदे ने। जदों साहिबजादे ना मन्ने ते मैं बेनती करां, अंत नूं सुच्चा आनंद कहंदा है भी जे तुहानूं छड्ड दईए ते तुसीं की करोगे। साहिबजादे कहंदे जावांगे, फौज तैयार करांगे, फिर असीं तुहानूं मारांगे। सुच्चा आनंद कहंदा भी जे असीं ना मरे ते साहिबजादे कहंदे उन्ना चिर असीं जेड़ा वो फौजां तैयार करते रवांगे जिन्ना चिर असीं तुहानूं खत्म नहीं कर दिंदे। ते सच जाणिओ भागां वालिओ, सुच्चा आनंद जदों आ शब्द सुणदा है ते नाल ही ये गल कहंदा है भी सप्पां दे बच्चे सप हुंदे ने, सप्पां दे बच्चे सप हुंदे ने। जदों आ गल कही ते मैं बेनती करां, बाबा फतेह सिंह कहंदे सुच्चा आनंद अपनी जबान नूं लगाम दे, मजलूमां दे ओ राखे ने, नेकी उन्हां दी पहचान है। शीश झुका के आदर कर, गुरु गोबिंद सिंह उन्हां दा नाम है। सुच्चा आनंद दो गल्लां ने, एक तेरे ते मेरे विच फासला है, दूजा मेरे कोल किरपान नहीं। जे ये फासला ना हुंदा, मेरे हाथ विच किरपान हुंदी ते ये शब्द कहण तो पहला तेरा धड़ किते होना सी ते तेरा सिर किते होना सी। जेड़े तू शब्द गुरु गोबिंद सिंह महाराज बारे वरते। हुण साध संगत साहिबजादे ना मन्ने, जदों ना मन्ने ते मैं बेनती करां अंत नूं जेड़ा वजीर खां काजी नूं कहंदा फतवा पढ़िया जावे। हुण वेखो जी, वो काजी जिन्ने धर्म दा बाणा पाया मेरे वांगू, हथ विच कुरान फड़ी हुई है ते कुरान फड़ के वो कुफर तोलन लगा है, झूठ बोलन लगा है। कुरान ये गल कहंदी है कि 12 साल तो थलड़ी उम्र दे बच्चे नूं सजा नहीं दित्ती जा सकती। ते साहिबजादियां दी ते उम्र ही अजे 7 ते 9 साल दी सी, पर काजी विक गया जी, काजी विक गया। मैं बेनती करां, कई बार मेरे वर्गे धार्मिक बंदे भी पैसिਆਂ ਦੀ खातर विक जाते ने, इदां दे फैसले कर देंदे ने। भागां वालिओ, कौमां नूं दाग लग जाते हैं, कौमां नूं दाग लग जाते हैं। हुण ध्यान देना, वो हथ विच कुरान फड़ के ते ये गल कहंदा है भी इन्हां 7 ते 9 साल दे लालां नूं कंधां दे विच चिण दित्ता जावे। ये फतवा जारी कीता जी, ये फतवा जारी कीता भी कंधां 'च चिण दिओ।
ਸਾਹਿਬਜ਼ਾਦਿਆਂ ਨੂੰ ਵਾਪਸ ਠੰਡੇ ਬੁਰਜ ਵਿੱਚ ਲੈ ਕੇ ਗਏ। ਦਾਦੀ ਮਾਂ ਅੱਗੇ ਜਾਂਦੇ ਸੀ, ਦਾਦੀ ਤੇਰੇ ਕੋਲ ਵਾਪਸ ਆ ਜਾਂਦੇ ਸੀ। ਦਾਦੀ ਮਾਂ ਕੱਲ ਨੂੰ ਜਾਣਾ, ਅਸੀਂ ਤੇਰੇ ਕੋਲ ਵਾਪਸ ਕੋਈ ਨਹੀਂ ਆਉਣਾ, ਤੇਰੇ ਕੋਲ ਵਾਪਸ ਕੋਈ ਨਹੀਂ ਆਉਣਾ। ਮਹਿਸੂਸ ਕਰੋ ਸਾਧ ਸੰਗਤ, ਮਹਿਸੂਸ ਕਰੋ। ਮਾਵਾਂ ਬੈਠੀਆਂ, ਕੋਈ ਸਾਡਾ ਧੀ ਪੁੱਤ ਇਹ ਗੱਲ ਕਹਿੰਦਾ ਹੋਵੇ ਵੀ ਮਾਂ ਚੱਲਿਆ ਵਾਪਸ ਨਹੀਂ ਆਉਣਾ, ਮੈਂ ਕਹਿੰਦਾ ਕਿੱਦਾਂ ਉਹ ਮਾਂ ਜਾਣ ਦੇਵੇਗੀ? ਜਾਣ ਦੇਵੇਗੀ ਜੀ ਉਹ ਮਾਂ ਬਾਹ ਫੜ ਲਵੇਗੀ ਵੀ ਨਾ ਪੁੱਤਰਾ, ਜੇ ਤੂੰ ਐ ਤੇ ਮੈਂ ਆ, ਤੇਰੇ ਕਰਕੇ ਮੇਰਾ ਵਜੂਦ ਹੈ। ਜੇ ਪੁੱਤਰਾ ਤੂੰ ਨਹੀਂ ਤੇ ਮੇਰੀ ਜ਼ਿੰਦਗੀ ਕਾਦੀ, ਮੇਰੀ ਜ਼ਿੰਦਗੀ ਕਾਦੀ। ਹੁਣ ਸੱਚ ਜਾਣਿਓ ਭਾਗਾਂ ਵਾਲਿਓ, ਮਾਤਾ ਗੁਜਰ ਕੌਰ ਕਹਿੰਦੀ ਲਾਲ ਜੀ ਕੰਧਾਂ 'ਚ ਚਿੰਨ ਕੇ ਮਾਰ ਥੋੜਾ ਦੇਣਗੇ, ਮਾਰ ਥੋੜਾ ਦੇਣਗੇ। ਉਹ ਤੀਜੀ ਰਾਤ ਕਿੱਦਾਂ ਮਾਤਾ ਗੁਜਰ ਕੌਰ ਨੇ ਕੱਟੀ ਹੋਵੇਗੀ। ਜਿਹੜੇ ਲਾਲ ਦਾਦੀ ਨੂੰ ਇੰਨਾ ਪਿਆਰ ਕਰਦੇ ਨੇ, ਜਿਨ੍ਹਾਂ ਲਾਲਾਂ ਨੂੰ ਦਾਦੀ ਪਿਆਰ ਕਰਦੀ ਏ, ਮੈਂ ਕਹਿੰਦਾ ਪੋਤਰੇ ਦਾਦੀ ਨੂੰ ਬੜਾ ਪਿਆਰ ਕਰਦੇ ਨੇ, ਦਾਦੀ ਪੋਤਰਿਆਂ ਨੂੰ ਬੜਾ ਪਿਆਰ ਕਰਦੀ ਏ। ਆਨੰਦਪੁਰ ਛੱਡਿਆ ਉਦੋਂ ਵੀ ਸਾਹਿਬਜ਼ਾਦੇ ਦਾਦੀ ਦੇ ਸੱਜੇ ਦਾਦੀ ਦੇ ਖੱਬੇ ਨੇ। ਸਰਸਾ ਦੇ ਕੰਢੇ ਤੇ ਦੀਵਾਨ ਸੱਜਿਆ ਉਦੋਂ ਵੀ ਸਾਹਿਬਜ਼ਾਦੇ ਦਾਦੀ ਦੇ ਸੱਜੇ ਦਾਦੀ ਦੇ ਖੱਬੇ ਨੇ। ਪਹਿਲੀ ਰਾਤ ਕੁੰਮੇ ਮਾਸ਼ਕੀ ਦੇ ਘਰ ਕੱਟੀ ਉਦੋਂ ਵੀ ਸਾਹਿਬਜ਼ਾਦੇ ਦਾਦੀ ਦੇ ਸੱਜੇ ਦਾਦੀ ਦੇ ਖੱਬੇ। ਦੂਜੀ ਰਾਤ ਗੰਗੂ ਬ੍ਰਾਹਮਣ ਦੇ ਘਰ ਕੱਟੀ ਉਦੋਂ ਵੀ ਸਾਹਿਬਜ਼ਾਦੇ ਦਾਦੀ ਦੇ ਸੱਜੇ ਦਾਦੀ ਦੇ ਖੱਬੇ। ਤੀਜੀ ਰਾਤ ਮਰਿੰਡੇ ਥਾਣੇ ਵਿੱਚ ਕੱਟੀ ਉਦੋਂ ਵੀ ਸਾਹਿਬਜ਼ਾਦੇ ਦਾਦੀ ਦੇ ਸੱਜੇ ਦਾਦੀ ਦੇ ਖੱਬੇ। ਤਿੰਨ ਰਾਤਾਂ ਠੰਡੇ ਬੁਰਜ ਦੇ ਵਿੱਚ ਕੱਟੀਆਂ ਉਦੋਂ ਵੀ ਸਾਹਿਬਜ਼ਾਦੇ ਦਾਦੀ ਦੇ ਸੱਜੇ ਦਾਦੀ ਦੇ ਖੱਬੇ। ਤੇ ਸੱਚ ਜਾਣਿਓ ਭਾਗਾਂ ਵਾਲਿਓ, ਜਿਸ ਦਿਨ ਜੋਤੀ ਸਰੂਪ ਦੀ ਧਰਤੀ ਤੇ ਟੋਡਰ ਮੱਲ ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦਿਆਂ ਦਾ ਸੰਸਕਾਰ ਕਰਦਾ ਏ, ਉਦਣ ਵੀ ਸਾਹਿਬਜ਼ਾਦੇ ਦਾਦੀ ਦੇ ਸੱਜੇ ਤੇ ਦਾਦੀ ਦੇ ਖੱਬੇ ਨੇ। ਇੰਨਾ ਪਿਆਰ ਕਰਦੀ ਏ ਦਾਦੀ ਪੋਤਰਿਆਂ ਨੂੰ ਤੇ ਇੰਨਾ ਪਿਆਰ ਕਰਦੇ ਨੇ ਪੋਤਰੇ ਦਾਦੀ ਨੂੰ। ਤੇ ਕਿੱਦਾਂ ਉਹ ਰਾਤ ਮਹਿਸੂਸ ਕਰੋ ਸਾਧ ਸੰਗਤ, ਮਹਿਸੂਸ। ਠੰਡਾ ਬੁਰਜ ਹੈ, ਦੋ ਜਿੰਦਾਂ ਨੇ, ਦਾਦੀ ਮਾਂ ਗੁਜਰ ਕੌਰ ਹੈ, ਹਨੇਰੀ ਰਾਤ ਹੈ, ਪਤਾ ਹੈ ਪੋਤਰਿਆਂ ਨੇ ਕੱਲ ਨੂੰ ਜਾ ਕੇ ਵਾਪਸ ਨਹੀਂ ਆਉਣਾ। ਤੇ ਮੈਂ ਕਹਿੰਦਾ ਕਿੱਦਾਂ ਉਹ ਰਾਤ ਮਾਤਾ ਗੁਜਰ ਕੌਰ ਨੇ ਕੱਟੀ ਹੋਵੇਗੀ। ਠੀਕ ਹੈ ਮਾਤਾ ਗੁਜਰ ਕੌਰ ਨੂੰ ਮੋਹ ਦੀਆਂ ਤੰਦਾਂ ਤੰਗ ਨਹੀਂ ਕਰਦੀਆਂ, ਪਰ ਮਾਂ ਗੁਜਰੀ ਜੀ ਅਸੀਂ ਕਲਯੁਗੀ ਜੀਵ ਆ, ਸਾਨੂੰ ਮੋਹ ਦੀਆਂ ਤੰਦਾਂ ਤੰਗ ਕਰਦੀਆਂ। ਸਾਨੂੰ ਉਹ ਸਮਾਂ ਵੇਖ ਕੇ ਸਾਡੀਆਂ ਅੱਖਾਂ ਭਰਦੀਆਂ, ਸਾਡੀਆਂ ਅੱਖਾਂ ਰੋਂਦੀਆਂ, ਸਾਡੇ ਅੰਦਰ ਖਿੱਚ ਪੈਂਦੀ ਏ ਕਿ ਉਹ ਸਮਾਂ ਕਿੱਦਾਂ ਤੁਸੀਂ ਬਤੀਤ ਕੀਤਾ ਹੋਵੇਗਾ। ਸਵੇਰ ਹੋਈ, ਮਾਤਾ ਗੁਜਰ ਕੌਰ ਨੇ ਆਪਣੇ ਪੋਤਰਿਆਂ ਨੂੰ ਉਠਾਲਿਆ, ਰੱਬ ਦੀ ਭਗਤੀ ਕੀਤੀ, ਸਿੱਖਿਆਵਾਂ ਦਿੱਤੀਆਂ, ਦ੍ਰਿੜਤਾ ਪੈਦਾ ਕੀਤੀ, ਆਤਮਿਕ ਵਿਸ਼ਵਾਸ, ਚੜ੍ਹਦੀ ਕਲਾ, ਸਪਿਰਿਟ ਪੈਦਾ ਕੀਤੀ। ਤੇ ਇਹੋ ਹੀ ਕਿਹਾ ਡੋਲਿਓ ਨਾ, ਘਬਰਾਇਓ ਨਾ, ਸ਼ਹੀਦੀਆਂ ਪਾ ਜਿਓ। ਤੇ ਮੈਂ ਬੇਨਤੀ ਕਰਾਂ, ਮਾਤਾ ਗੁਜਰ ਕੌਰ ਸਾਹਿਬਜ਼ਾਦਿਆਂ ਨੂੰ ਤੋਰਦੇ ਨੇ, ਪੋਤਰੇ ਜਾਂਦੇ ਨੇ। ਜਿਹੜੀ ਗੱਲਬਾਤ ਹੁੰਦੀ ਏ, ਢਾਡੀ ਸੋਹਣ ਸਿੰਘ ਸੀਤਲ ਨੇ ਬੜਾ ਸੋਹਣਾ ਲਿਖਿਆ, ਤੁਰ ਪਏ ਦੋਵੇਂ ਪੋਤਰੇ ਜਦ ਫਤਿਹ ਬੁਲਾ ਕੇ। ਮੈਂ ਸਮਾਪਤੀ ਕਰਨ ਲੱਗਾ ਜੀ, ਭਾਈ ਸਾਹਿਬ ਪਹੁੰਚ ਗਏ। ਤੁਰ ਪਏ ਦੋਵੇਂ ਪੋਤਰੇ ਜਦ ਫਤਿਹ ਬੁਲਾ ਕੇ, ਵਾਰ ਅਖੀਰੀ ਮਾਂ ਦੇ ਚਰਨੀ ਹੱਥ ਲਾ ਕੇ, ਬੂਹੇ ਵਿੱਚੋਂ ਪਰਤ ਕੇ ਬੋਲੇ ਮੁਸਕਰਾ ਕੇ, ਉਡੀਕਾਂਗੇ ਮਾਂ ਅਸੀਂ ਸੱਚਖੰਡ ਵਿੱਚ ਜਾ ਕੇ, ਸਾਡਾ ਜੀ ਨਹੀਂ ਲੱਗਣਾ ਮਾਂ ਛੇਤੀ ਆਉਣਾ, ਨਹੀਂ ਤੇ ਰੁੱਸਪੂ ਫਤਿਹ ਸਿੰਘ ਤੇਰਾ ਜੀ ਪਰਚਾਉਣਾ, ਮਿੰਨਤਾਂ ਕਰ ਕਰ ਅੰਮੀਏ ਤੈਨੂੰ ਪਊ ਮਨਾਉਣਾ, ਤੇਰੇ ਬਾਝੋਂ ਮਾਂ ਸੱਚਖੰਡ ਨਹੀਂ ਪਾਉਣਾ। ਦਾਦੀ ਮਾਂ ਸੀ, ਤੈਨੂੰ ਬੜਾ ਪਿਆਰ ਕਰਦੇ ਆ, ਬੜਾ ਪਿਆਰ ਕਰਦੇ ਆ। ਤੇ ਮਾਤਾ ਗੁਜਰ ਕੌਰ ਸਾਹਿਬਜ਼ਾਦਿਆਂ ਨੂੰ ਤੋਰਦੀ ਏ, ਚੱਲੋ ਮੇਰੇ ਲਾਲ ਜੀ ਮੈਂ ਮਗਰੇ ਆਵਾਂ, ਪੁੱਤਰਾਂ ਬਾਜੋ ਜਿਉਂਦੀਆਂ ਕਦ ਸੁਣੀਆਂ ਮਾਵਾਂ, ਪੁੱਤ ਮਾਂ ਦਾ ਰਿਸ਼ਤਾ ਜਿਉਂ ਚਾਨਣ ਪਰਸਾਵਾਂ, ਜਿੱਧਰ ਜਾਂਦੇ ਹੰਸ ਉਧਰ ਜਾਂਦੀਆਂ ਛਾਵਾਂ, ਤੋਰ ਘਰਾਂ ਦੀਆਂ ਰੌਣਕਾਂ ਮੈਂ ਸੱਚਖੰਡ ਵਸਾਵਾਂ, ਤੋਰ ਘਰਾਂ ਦੀਆਂ ਰੌਣਕਾਂ ਮੈਂ ਸੱਚਖੰਡ ਵਸਾਵਾਂ। ਸਾਹਿਬਜ਼ਾਦਿਆਂ ਨੂੰ ਤੋਰਿਆ, ਸ਼ਾਸਲ ਬੇਗ ਬਾਛਲ ਬੇਗ ਜਲਾਦ ਕੰਧਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ठोडी तक ईंटे चुनदी गई, मुंह तक आ गई, बीनी को ढापते आंखों पे छा गई, लगते जिगर गुरु के वो दोनों छुपा गई, हर चांद की जबीन को गन सा लगा गई। जोगी जी इसके बाद हुई थोड़ी देर थी, बस्ती सरहंद की हुई ईंटों का ढेर थी।
ਇੱਥੋਂ ਤੱਕ ਕੰਧਾਂ ਆ ਗਈਆਂ ਜੀ। ਦੋਵਾਂ ਸਾਹਿਬਜ਼ਾਦੇ ਪੁੱਛਦੇ ਮੁਸਲਮਾਨ ਬਣੋ, ਸਾਹਿਬਜ਼ਾਦੇ ਕਹਿੰਦੇ ਨਹੀਂ ਬਣਨਾ। ਅੱਗੇ ਵੀ ਕੰਧਾਂ, ਪਿੱਛੇ ਵੀ ਕੰਧਾਂ, ਸਾਈਡਾਂ ਤੇ ਵੀ ਕੰਧਾਂ, ਉੱਤੋਂ ਬੰਦ ਕਰ ਦਿੱਤਾ ਗਿਆ ਜੀ, ਉੱਤੋਂ ਬੰਦ ਕਰ ਦਿੱਤਾ ਗਿਆ। ਸੂਈ ਦੀ ਨੋਕ ਜਿੰਨਾ ਰਾਹ ਨਹੀਂ, ਸੂਈ ਦੀ ਨੋਕ ਜਿੰਨਾ ਰਾਹ। ਦਮ ਘੁੱਟ ਕੇ ਸਾਹਿਬਜ਼ਾਦਿਆਂ ਦੇ ਕਿੱਦਾਂ ਸਾਹ ਲਿਆ ਹੋਵੇਗਾ ਅੰਦਰ। ਮਹਿਸੂਸ ਕਰੋ ਸਾਧ ਸੰਗਤ, ਸਿਆਲ ਦੇ ਦਿਨ ਨੇ, ਮਾੜੀ ਜੀ ਰਜਾਈ ਕਿਤੇ ਸਾਡੇ ਮੂੰਹ ਦੇ ਉੱਤੇ ਆ ਜਾਵੇ ਤੇ ਕਈ ਵਾਰੀ ਅਸੀਂ ਸੁੱਤੇ ਸੁੱਤੇ ਰਜਾਈ ਪਰਾਂ ਮਾਰਦੇ ਆ, ਸਾਡਾ ਸਾਹ ਘੁੱਟਿਆ ਜਾਂਦਾ। ਤੇ ਮਹਿਸੂਸ ਕਰੋ ਆ ਬੁਰਜੀ ਹੈ, ਆ ਬੁਰਜੀ ਐਦਾਂ ਹੀ ਕੰਧਾ ਸੀ ਸਾਧ ਸੰਗਤ। ਇਹਦੇ ਅੰਦਰ ਕਿਸੇ ਨੂੰ ਬੰਦ ਕਰ ਦਿਓ, ਮਹਿਸੂਸ ਕਰਕੇ ਵੇਖੋ, ਇਹਦੇ ਵੱਲ ਵੇਖ ਕੇ ਉਹਨਾਂ ਕੰਧਾਂ ਵਿੱਚ ਬੰਦ ਕਰ ਦਿੱਤਾ ਗਿਆ। ਸਮਾਂ ਲੰਘਿਆ, ਮੈਂ ਬੇਨਤੀ ਕਰਾਂ ਹਾਕਮ ਨਹੀਂ ਸਮਝ ਪਾਏ, ਉਹ ਕੰਧਾਂ ਢਹਿ ਗਈਆਂ। ਉਹ ਕੰਧਾਂ ਇਸ ਕਰਕੇ ਢਹਿ ਗਈਆਂ ਕਿਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਦੋਸ਼ ਕਿਤੇ ਸਾਡੇ ਮੱਥੇ ਤੇ ਨਾ ਮੜਿਆ ਜਾਵੇ। ਇਹ ਨਾ ਹੋਵੇ ਜੇ ਸਾਹਿਬਜ਼ਾਦੇ ਸਾਡੇ ਅੰਦਰ ਸ਼ਹੀਦ ਹੋ ਗਏ ਤੇ ਸਾਰੀ ਉਮਰ ਲੋਕਾਂ ਨੇ ਸਾਨੂੰ ਲਾਹਨਤਾਂ ਪਾਉਣੀਆਂ ਵੀ ਉਹ ਚੰਦਰੀਆਂ ਕੰਧਾਂ ਨੇ ਸਾਹਿਬਜ਼ਾਦਿਆਂ ਨੂੰ ਖਾ ਲਿਆ, ਕਲਗੀਧਰ ਦੇ ਲਾਲਾਂ ਨੂੰ ਖਾ ਲਿਆ। ਉਹ ਵੀ ਢਹਿ ਗਈਆਂ ਜੀ, ਵੀ ਸਾਡੇ ਤੇ ਕਿਤੇ ਦੋਸ਼ ਨਾ ਆ ਜਾ। ਢਹਿ ਗਈਆਂ। ਇੱਟਾਂ ਸਾਹਿਬਜ਼ਾਦਿਆਂ ਦੇ ਮੂੰਹ ਤੇ ਵੱਜੀਆਂ, ਛਾਤੀ ਤੇ ਵੱਜੀਆਂ, ਬਾਹਾਂ ਤੇ ਵੱਜੀਆਂ, ਲੱਤਾਂ ਤੇ ਵੱਜੀਆਂ। ਜਦੋਂ ਇੱਟਾਂ ਵੱਜੀਆਂ, ਬੇਹੋਸ਼ ਨੇ ਸਾਹਿਬਜ਼ਾਦੇ। ਪੁੱਛਦੇ ਨੇ ਮੁਸਲਮਾਨ ਬਣੋਗੇ? ਬੋਲਿਆ ਨਹੀਂ ਗਿਆ। ਪਾਗਾਂ ਵਾਲਿਓ, ਬੇਹੋਸ਼ੀ ਦੀ ਹਾਲਤ ਵਿੱਚ ਐਦਾਂ ਮੂੰਹ ਹਿਲਾਇਆ ਕਿ ਨਹੀਂ, ਮੁਸਲਮਾਨ ਨਹੀਂ ਬਣਾਂਗੇ। ਸ਼ਾਸਲ ਬੇਗ, ਬਾਛਲ ਬੇਗ ਸਾਹਿਬਜ਼ਾਦਿਆਂ ਨੂੰ ਪੁੱਠੇ ਕੀਤਾ, ਬਾਹਾਂ ਦੋਵਾਂ ਸਾਹਿਬਜ਼ਾਦਿਆਂ ਦੀਆਂ ਐਦਾਂ ਪਿੱਛੇ ਕਰ ਲਈਆਂ। ਜਦੋਂ ਪਿੱਛੇ ਬਾਹਾਂ ਕੀਤੀਆਂ ਤੇ ਮੈਂ ਬੇਨਤੀ ਕਰਾਂ, ਮੱਥੇ ਤੇ ਖੱਬਾ ਹੱਥ ਰੱਖ ਕੇ ਦੋਵਾਂ ਨੇ, ਸੱਜੇ ਹੱਥ ਵਿੱਚ ਖੰਜਰ ਹੈ ਤੇ ਉਹ ਜਿਹੜਾ ਖੰਜਰ ਹੈ ਉਹ ਇੱਥੇ ਫੇਰਨਾ ਸ਼ੁਰੂ ਕਰ ਦਿੱਤਾ ਜੀ। ਇੱਥੇ ਐਦਾਂ ਹੌਲੀ ਹੌਲੀ, ਕਿਉਂਕਿ ਇਸਲਾਮ ਵਿੱਚ ਹਲਾਲ ਕੀਤਾ ਜਾਂਦਾ ਹੈ, ਉਹ ਝਟਕਾਉਂਦੇ ਨਹੀਂ। ਐਦਾਂ ਹੌਲੀ ਹੌਲੀ ਉਹ ਖੰਜਰ ਫੇਰ ਰਹੇ ਨੇ। ਤਸੀਹਾ ਹੈ ਬਹੁਤ ਵੱਡਾ, ਤਸੀਹਾ ਜਿਬਾ ਕਰਨਾ ਬਹੁਤ ਵੱਡਾ ਤਸੀਹਾ। ਐਦਾਂ ਖੰਜਰ ਫੇਰ ਰਹੇ ਨੇ। ਲਹੂ ਦੀਆਂ ਢਤੀਰੀਆਂ ਛੁੱਟ ਗਈਆਂ ਜੀ। ਸਾਹਿਬਜ਼ਾਦਿਆਂ ਦੇ ਬਸਤਰ ਲਹੂ ਲਹਾਨ ਹੋ ਗਏ। ਉਹ ਥਾਂ ਲਹੂ ਲਹਾਨ ਹੋ ਗਈ ਜੀ, ਉਹ ਥਾਂ ਲਹੂ ਲਹਾਨ ਹੋ ਗਈ। ਤੇ ਜਦੋਂ ਸਾਹ ਰਗਾਂ ਕੱਟੀਆਂ ਗਈਆਂ ਤੇ ਉਹਨਾਂ ਜਲਾਦਾਂ ਸਾਹਿਬਜ਼ਾਦਿਆਂ ਨੂੰ ਸੁੱਟ ਦਿੱਤਾ। ਤੇ ਮੈਂ ਬੇਨਤੀ ਕਰਾਂ, ਕੁਝ ਸਕਿੰਟ ਬਾਬਾ ਜੋਰਾਵਰ ਸਿੰਘ ਦਾ ਸਰੀਰ ਐਦਾਂ ਹਿਲਦਾ ਰਿਹਾ, ਪੈਰ ਹਿਲਦੇ ਰਹੇ। ਤੇ ਕੁਝ ਸਕਿੰਟ ਬਾਬਾ ਫਤਿਹ ਸਿੰਘ ਦੇ ਹੱਥ ਤੇ ਪੈਰ ਐਦਾਂ ਹਿਲਦੇ ਰਹੇ। ਤੇ ਅੰਤ ਨੂੰ ਉਹ ਕਲਗੀਧਰ ਦੇ ਲਾਲ ਸ਼ਹਾਦਤ ਦਾ ਜਾਮ ਪੀ ਗਏ। ਉਧਰ ਮਾਤਾ ਗੁਜਰ ਕੌਰ ਨੂੰ ਸ਼ਹੀਦ ਕਰ ਦਿੱਤਾ ਗਿਆ। ਟੋਡਰ ਮੱਲ ਜਿਹੜਾ ਕਾਕੜੇ ਦਾ ਰਹਿਣ ਵਾਲਾ ਸੇਠ ਸੀ, ਖੱਤਰੀ ਸੀ, ਬਹੁਤ ਅਮੀਰ ਸੀ। ਗੁਰੂ ਤੇਗ ਬਹਾਦਰ ਮਾਲਵੇ ਦੀ ਪ੍ਰਚਾਰ ਫੇਰੀ ਵੇਲੇ ਇਹਦੇ ਕੋਲ ਗਏ ਸੀ। ਮਹਾਰਾਜ ਕੋਈ ਸੇਵਾ, ਮਹਾਰਾਜ ਕਹਿੰਦੇ ਬੜੀ ਵੱਡੀ ਸੇਵਾ ਲੈਣੀ ਹੈ। ਅੱਜ ਉਹ ਸੇਵਾ ਭਾਗਾਂ ਵਾਲਿਓ ਟੋਡਰ ਮੱਲ ਕਰਦਾ ਏ। ਮੋਹਰਾਂ ਖਰੀਦ ਕੇ ਜਗ੍ਹਾ ਲੈਂਦਾ ਏ ਤੇ ਟੋਡਰ ਮੱਲ ਮਾਤਾ ਗੁਜਰ ਕੌਰ ਤੇ ਕਲਗੀਧਰ ਦੇ ਲਾਲਾਂ ਦਾ ਸੰਸਕਾਰ ਕਰਦਾ ਏ। ਇਤਿਹਾਸ ਕਹਿੰਦਾ ਕੋਈ ਮੋਢਾ ਦੇਣ ਨੂੰ ਤਿਆਰ ਨਹੀਂ ਸੀ ਜੀ। ਅੱਜ ਜਦੋਂ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਜੋਤੀ ਸਰੂਪ ਨਗਰ ਕੀਰਤਨ ਜਾਂਦਾ ਹੈ ਨਾ, ਲੱਖਾਂ ਦਾ ਇਕੱਠ ਹੈ ਜੀ, ਲੱਖਾਂ ਦਾ ਇਕੱਠ, ਲੱਖਾਂ ਦਾ ਇਕੱਠ। ਇਸ ਵਾਰੀ ਜਿਹੜੀ ਗਿਣਤੀ ਹੋਈ ਹੈ ਨਾ, ਕਹਿੰਦੇ ਵੀ 50 ਲੱਖ ਸੰਗਤ ਨਕਮਸਤਕ ਹੋਈ ਹੈ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ। 50 ਲੱਖ ਸੰਗਤ, 50 ਲੱਖ ਸੰਗਤ। ਉਹ ਨਗਰ ਕੀਰਤਨ ਜਦੋਂ ਨਿਕਲਦਾ ਹੈ ਸਾਧ ਸੰਗਤ, ਹਰ ਅੱਖ ਰੋਂਦੀ ਹੈ। ਕੋਈ ਇਹੋ ਜਿਹੀ ਅੱਖ ਨਹੀਂ ਜਿਹਦੇ ਵਿੱਚ ਅਥਰੂ ਨਹੀਂ ਹੁੰਦੇ, ਭਾਵੇਂ ਕੋਈ ਹਿੰਦੂ, ਸਿੱਖ, ਕੋਈ ਮੁਸਲਮਾਨ ਹੈ। ਤੇ ਮੈਂ ਬੇਨਤੀ ਕਰਾਂ, ਕਿੱਦਾਂ ਦਾ ਸਮਾਂ ਸੀ ਉਹ ਕਲਗੀਧਰ ਦੇ ਲਾਲ ਮਾਤਾ ਗੁਜਰ ਕੌਰ ਜੀ। ਕੋਈ ਮੋਢਾ ਦੇਣ ਨੂੰ ਤਿਆਰ ਨਹੀਂ ਹੋਇਆ ਤੇ ਦਿਹਾੜੀ ਤੇ ਬੰਦੇ ਲੈ ਕੇ ਆਇਆ ਸੀ ਟੋਡਰ ਮੱਲ। ਦਿਹਾੜੀ ਦੇ ਉੱਤੇ, ਦਿਹਾੜੀ ਤੇ ਬੰਦੇ ਸੰਸਕਾਰ ਕਰਨ ਵਾਸਤੇ, ਡਰਦਾ ਕੋਈ ਗਾਂ ਨਹੀਂ ਸੀ ਹੋਇਆ। ਸੰਸਕਾਰ ਕੀਤਾ ਭਾਗਾਂ ਵਾਲਿਓ। ਬਸ ਇਹੋ ਹੀ ਬੇਨਤੀ ਹੈ ਕਿ ਉਹ ਕੁਰਬਾਨੀ ਉਹ ਸਾਡੀ ਖਾਤਰ ਦਿੱਤੀ, ਸਾਨੂੰ ਉੱਚਿਆਂ ਚੁੱਕਣ ਦੀ ਖਾਤਰ ਦਿੱਤੀ, ਸਾਨੂੰ ਸਰਦਾਰੀਆਂ ਬਖਸ਼ਣ ਦੀ ਖਾਤਰ ਦਿੱਤੀ। ਹਮੇਸ਼ਾ ਹੀ ਯਾਦ ਰੱਖਿਓ ਮਾਤਾ ਗੁਜਰ ਕੌਰ, ਸਾਹਿਬਜ਼ਾਦਿਆਂ ਨੂੰ ਹਮੇਸ਼ਾ ਹੀ ਯਾਦ ਰੱਖਿਓ। ਸਾਰਾ ਕੁਝ ਭੁੱਲ ਜਾਵੇ ਕੋਈ ਗੱਲ ਨਹੀਂ,
ਪਰ ਕਦੀ ਗੁਰੂ ਗੋਬਿੰਦ ਸਿੰਘ ਦਾ ਚੇਤਾ ਨਾ ਭੁਲਾਇਓ, ਕਦੀ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਕਦੀ ਸਾਹਿਬਜ਼ਾਦਿਆਂ ਦਾ ਚੇਤਾ ਨਾ ਭੁਲਾਇਓ। ਪਲ ਪਲ, ਘੜੀ ਘੜੀ, ਹਰ ਸਵਾਸ ਨਾਲ ਅਸੀਂ ਗੁਰੂ ਗੋਬਿੰਦ ਸਿੰਘ ਤੇ ਉਹਦੇ ਪਰਿਵਾਰ ਨੂੰ ਯਾਦ ਕਰਨਾ ਹੈ, ਉਹਦੇ ਪਰਿਵਾਰ ਨੂੰ ਯਾਦ ਕਰਨਾ ਹੈ। ਅੱਜ ਜੋ ਕੁਝ ਸਾਡੇ ਕੋਲ ਹੈ ਇਹ ਉਹਨਾਂ ਦੀ ਬਦੌਲਤ ਹੈ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ। ਬਹੁਤ ਸੋਹਣਾ ਉਪਰਾਲਾ ਜੀ ਇੱਥੋਂ ਦੇ ਨੌਜਵਾਨ ਵੀਰਾਂ ਦਾ। ਤੇ ਜਦੋਂ ਮੈਂ ਕਹਿੰਦੇ ਕੌਮ ਨੂੰ ਖਤਰਾ ਹੈ, ਕੋਈ ਖਤਰਾ ਨਹੀਂ ਜੀ, ਕੌਮ ਨੂੰ ਕੋਈ ਖਤਰਾ ਨਹੀਂ। ਜਿਸ ਕੌਮ ਦੇ ਨੌਜਵਾਨ ਪੈਸੇ ਇਕੱਠੇ ਕਰਕੇ ਇਦਾਂ ਦੇ ਸਮਾਗਮ ਕਰਾਉਂਦੇ ਨੇ, ਉਸ ਕੌਮ ਨੂੰ ਕੋਈ ਖਤਰਾ ਨਹੀਂ। ਤਿੰਨ ਦਾਤਾਂ ਸਾਂਭ ਲਈਏ ਜੀ, ਤਿੰਨ ਦਾਤਾਂ, ਜੇ ਤਿੰਨ ਦਾਤਾਂ ਸਾਂਭ ਲੀਆਂ ਪੂਰੀ ਦੁਨੀਆ ਇੱਕ ਪਾਸੇ ਹੋ ਜਾਵੇ, ਸਾਡਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ। ਉਹ ਤਿੰਨ ਦਾਤਾਂ ਕਿਹੜੀਆਂ ਨੇ? ਹਿਰਦੇ ਵਿੱਚ ਗੁਰਬਾਣੀ ਦੀ ਵਿਚਾਰ, ਸਿਰ ਤੇ ਦਸਤਾਰ ਤੇ ਕੌਮ ਦਾ ਆਪਸੀ ਪਿਆਰ। ਜੇ ਇਹ ਤਿੰਨ ਦਾਤਾਂ ਸਾਡੇ ਕੋਲ ਨੇ, ਮੈਂ ਕਹਿੰਦਾ ਪੂਰੀ ਦੁਨੀਆ ਇੱਕ ਪਾਸੇ ਹੋ ਜਾਵੇ, ਸਾਡਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ, ਕੋਈ ਵਾਲ ਵਿੰਗਾ ਨਹੀਂ ਕਰ ਸਕਦਾ। ਤੇ ਜਦੋਂ ਇਹੋ ਜਿਹੇ ਨੌਜਵਾਨ ਇਹੋ ਜਿਹੇ ਪ੍ਰੋਗਰਾਮ ਕਰਨ, ਉਹਨਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ, ਉਹਨਾਂ ਦਾ ਵੱਧ ਤੋਂ ਵੱਧ ਸਹਿਯੋਗ ਦੇਣਾ ਚਾਹੀਦਾ। ਧੰਨਵਾਦ ਮੇਰੇ ਸਮੂਹ ਵੀਰਾਂ ਦਾ, ਧੰਨਵਾਦ ਰੱਬ ਵਰਗੀਆਂ ਸੰਗਤਾਂ ਦਾ, ਧੰਨਵਾਦ ਵੀਰ ਗੁਰਪ੍ਰੀਤ ਸਿੰਘ, ਤੇ ਬਹੁਤ ਧੰਨਵਾਦ ਵੀਰ ਅਵਤਾਰ ਸਿੰਘ ਜੋ ਇੱਥੇ ਪ੍ਰਚਾਰਕ ਦੀਆਂ ਸੇਵਾਵਾਂ ਨਿਭਾ ਰਹੇ ਨੇ। ਸਾਰਿਆਂ ਦਾ ਧੰਨਵਾਦ ਜੀ, ਸਾਰਿਆਂ ਦਾ ਧੰਨਵਾਦ, ਸਾਰਿਆਂ ਦਾ। ਤੇ ਸਭ ਤੋਂ ਵੱਡਾ ਧੰਨਵਾਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ। ਰੋਜ਼ ਗੁਰੂ ਘਰ ਆਈਏ, ਮਾਫ ਕਰਨਾ ਜੀ, ਭਾਗਾਂ ਵਾਲੇ ਹੁੰਦੇ ਨੇ ਉਹ ਨਗਰ ਜਿਨ੍ਹਾਂ ਨਗਰਾਂ ਦੇ ਵਿੱਚ ਇਤਿਹਾਸਕ ਅਸਥਾਨ ਨੇ। ਕਿਤੇ ਗੁਰੂ ਨਾਨਕ ਸਾਹਿਬ ਨੇ ਚਰਨ ਪਾਏ, ਕਿਤੇ ਗੁਰੂ ਅੰਗਦ ਦੇਵ ਮਹਾਰਾਜ ਨੇ ਚਰਨ ਪਾਏ, ਕਿਤੇ ਗੁਰੂ ਹਰਗੋਬਿੰਦ ਸਾਹਿਬ ਨੇ ਚਰਨ ਪਾਏ, ਕਿਤੇ ਗੁਰੂ ਗੋਬਿੰਦ ਸਿੰਘ ਨੇ ਚਰਨ ਪਾਏ। ਤੇ ਜਿਨ੍ਹਾਂ ਨਗਰਾਂ 'ਚ ਚਰਨ ਪਾਏ ਉਹ ਨਗਰ ਫੁੱਲੇ ਨਹੀਂ ਸਮਾਉਂਦੇ ਵੀ ਸਾਡੇ ਨਗਰ ਵਿੱਚ ਗੁਰੂ ਸਾਹਿਬ ਆਏ ਸੀ। ਮੈਂ ਕਹਿੰਦਾ ਵੀ ਕਿਤੇ ਜਾਣ ਦੀ ਲੋੜ ਨਹੀਂ, ਆ ਦਰ ਦੁਨੀਆ ਦਾ ਸਭ ਤੋਂ ਪਵਿੱਤਰ ਦਰ ਹੈ। ਕਿਉਂ? ਕਿਉਂਕਿ ਇੱਥੇ ਮੇਰੇ ਕਲਗੀਆਂ ਵਾਲੇ ਬਾਪੂ ਦੇ ਚਰਨ ਪਏ ਨੇ, ਬਾਪੂ ਦੇ। ਕੋਈ ਚੀਜ਼ ਲੈਣੀ ਹੋਵੇ ਤੇ ਇੱਥੇ ਆਣ ਕੇ ਐਦਾਂ ਝੋਲੀ ਅੱਡ ਲਿਆ ਕਰੋ, ਗੁਰੂ ਗੋਬਿੰਦ ਸਿੰਘ ਜੀ ਆ ਚਾਹੀਦਾ ਏ, ਕਿਤੇ ਭਟਕਣ ਦੀ ਲੋੜ ਨਹੀਂ। ਗੁਰੂ ਗੋਬਿੰਦ ਸਿੰਘ ਝੋਲੀਆਂ ਭਰ ਕੇ ਭੇਜੇਗਾ, ਤੁਹਾਡੀਆਂ ਝੋਲੀਆਂ ਭਰ ਕੇ, ਝੋਲੀਆਂ ਭਰ ਕੇ ਭੇਜੇਗਾ। ਉਹ ਜਿਹੜਾ ਸਾਡੀ ਖਾਤਰ ਪੁੱਤ ਵਾਰ ਸਕਦਾ ਏ, ਕੀ ਉਹ ਸਾਨੂੰ ਉਹ ਧਨ ਨਹੀਂ ਦੇ ਸਕਦਾ? ਕੋਠੀਆਂ ਇਹ ਤੇ ਬੜੀਆਂ ਛੋਟੀਆਂ ਗੱਲਾਂ ਨੇ, ਉਹਨੇ ਤੇ ਸਾਡੀ ਖਾਤਰ ਪੁੱਤ ਵਾਰ ਦਿੱਤੇ, ਪੁੱਤ ਵਾਰ ਦਿੱਤੇ ਜੀ। ਚੜ੍ਹਦੀ ਕਲਾ 'ਚ ਰਹੀਏ, ਰੱਬ ਦੀ ਭਗਤੀ ਕਰੀਏ, ਪ੍ਰਮਾਤਮਾ ਦੀ ਭਗਤੀ ਕਰੀਏ, ਰੋਜ਼ ਗੁਰੂ ਘਰ ਆਈਏ, ਬਾਣੀ ਪੜ੍ਹੀਏ, ਸਹਿਜ ਪਾਠ ਕਰੀਏ। ਕਿਸੇ ਪ੍ਰਕਾਰ ਦੀ ਮਨ ਤੇ ਚਿੰਤਾ ਨਾ ਲਾਓ, ਝੋਰਾ ਨਾ ਲਾਓ। ਮਨੁੱਖਾ ਜਨਮ ਇੱਕ ਵਾਰ ਮਿਲਿਆ, ਦੁਬਾਰਾ ਕਦੀ ਨਹੀਂ ਮਿਲਣਾ। ਚੜ੍ਹਦੀ ਕਲਾ ਨਾਲ ਜੀਵਨ ਬਤੀਤ ਕਰੀਏ, ਤੇ ਇਹ ਚੜ੍ਹਦੀ ਕਲਾ ਸਾਨੂੰ ਸਾਡੇ ਗੁਰੂ ਕੋਲੋਂ ਮਿਲਣੀ ਏ, ਇਹ ਸਾਨੂੰ ਸਾਡੇ ਇਤਿਹਾਸ ਵਿੱਚੋਂ ਮਿਲਣੀ ਏ। ਕਹਿੰਦੇ ਇਤਿਹਾਸ ਸੁਣਾਉਣ ਨਾਲ ਇਤਿਹਾਸ ਜਿੰਦਾ ਰਹਿੰਦਾ ਏ। ਤੇ ਜੇ ਇਤਿਹਾਸ ਸੁਣਾਉਣ ਨਾਲ ਇਤਿਹਾਸ ਜਿੰਦਾ ਰਹਿੰਦਾ, ਜਿਹੜੇ ਇਤਿਹਾਸ ਸੁਣਦੇ ਨੇ ਉਹ ਵੀ ਜਿੰਦਾ ਹੋ ਜਾਂਦੇ ਨੇ, ਉਹ ਵੀ ਜਿੰਦਾ ਹੋ ਜਾਂਦੇ ਨੇ, ਉਹ ਵੀ ਚੜ੍ਹਦੀ ਕਲਾ ਵਾਲੇ ਬਣ ਜਾਂਦੇ ਨੇ। ਸੋ ਕਥਾ ਕਰਦਿਆਂ ਹੋਈਆਂ ਭੁੱਲਾਂ ਮਾਫ ਕਰ ਦੇਣੀਆਂ ਜੀ। ਧੰਨਵਾਦ ਜੀ। ਅਗਲਾ ਪ੍ਰੋਗਰਾਮ ਵੀਰ ਅਵਤਾਰ ਸਿੰਘ ਹੋਣੀ ਦੱਸਣਗੇ। ਮੈਂ